BTV देख रहे सारे ही दर्शकों ਨੂੰ ਮੇਰੇ ਵੱਲੋਂ ਯਾਨੀ ਕਿ ਸ਼ਵੀ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਬ੍ਰਾਈਟ ਵੇਜ਼ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜੀ। ਬ੍ਰਾਈਟ ਮਾਰਨਿੰਗ ਹੈ, ਸੋਮਵਾਰ ਦਾ ਦਿਨ ਹੈ। ਜੁਲਾਈ ਮਹੀਨੇ ਦੇ ਵਿੱਚ ਅਸੀਂ ਐਂਟਰ ਕਰ ਚੁੱਕੇ ਹਾਂ। ਕੈਨੇਡਾ ਡੇ ਮਨਾ ਕੇ ਅਸੀਂ ਜਿਹੜਾ ਵੀਕਐਂਡ ਹੈ, ਲੌਂਗ ਵੀਕਐਂਡ ਹੁਣ ਵੀ ਮਨਾ ਰਹੇ ਹਾਂ। ਔਰ ਅੱਜ ਅਸੀਂ ਤਾਂ ਕੰਮ ਤੇ ਪਹੁੰਚ ਚੁੱਕੇ ਹਾਂ ਜੀ। ਤੁਸੀਂ ਛੁੱਟੀ ਮਨਾ ਰਹੇ ਹੋਣੇ ਹੋ, ਘਰੇ ਬਹਿ ਕੇ ਆਰਾਮ ਨਾਲ ਇਤਮਾਨਾਨ ਨਾਲ ਸਾਡਾ ਜਿਹੜਾ ਪ੍ਰੋਗਰਾਮ ਹੈ ਤੁਸੀਂ ਇੰਜੋਏ ਕਰ ਸਕਦੇ ਹੋ। ਐਂਡ ਥਰੂ ਆਊਟ ਦਾ ਡੇ ਜਦੋਂ ਮਰਜ਼ੀ ਤੁਹਾਡਾ ਮਨ ਕਰੇ ਟੀਵੀ ਤੋਂ ਲੈ ਕੇ ਕਿਸੇ ਵੀ ਡਿਵਾਈਸ ਤੇ ਸਾਡਾ ਜਿਹੜਾ ਪ੍ਰੋਗਰਾਮ ਹੈ ਉਹ ਦੇਖਿਆ ਜਾ ਸਕਦਾ ਹੈ, ਬਾਰ-ਬਾਰ ਦੇਖਿਆ ਜਾ ਸਕਦਾ ਹੈ, ਲੋਕਾਂ ਤੱਕ ਪਹੁੰਚਾਇਆ ਜਾ ਸਕਦਾ ਹੈ। ਸੋ ਕੈਨੇਡਾ ਡੇ ਦੀ ਸਪਿਰਿਟ ਦੇ ਨਾਲ, ਇੱਕ ਚੰਗੀ ਸਪਿਰਿਟ ਦੇ ਨਾਲ, ਮਾਰਨਿੰਗ ਸਪਿਰਿਟ ਦੇ ਨਾਲ, ਕਾਫੀ ਦੀ ਚੁਸਕੀਆਂ ਤੋਂ ਬਾਅਦ ਵੈਲਕਮ ਕਰਦੇ ਹਾਂ ਸਾਡੇ ਸੀਨੀਅਰ ਪੱਤਰਕਾਰ, ਸਾਡੇ ਖਬਰਾਂ ਦੇ ਐਕਸਪਰਟ ਸੁਰੀਤਮ ਸਿੰਘ ਰਾਏ ਸਾਹਿਬ ਦਾ। ਭਾਜੀ ਬਹੁਤ-ਬਹੁਤ ਸਵਾਗਤ ਹੈ ਜੀ। ਸ਼ਵੀ ਜੀ ਧੰਨਵਾਦ ਤੁਹਾਡਾ। ਸਵੇਰ ਦੇ 8 ਵਜ ਚੁੱਕੇ ਹੈ ਜੀ। ਕਾਫੀ ਵੈਸੇ ਮੇਰੀ ਫੇਵਰਿਟ ਤਾਂ ਮੈਕਡੋਨਲਡਸ ਹੁੰਦੀ ਹੈ, ਪਰ ਤੁਸੀਂ ਟਿਮ ਹੋਟਲ ਤੇ ਆਦੇ ਹੋ ਜੀ। ਸੋ ਛੁੱਟੀ ਦੀ ਗੱਲ ਕਰੀ ਤੁਸੀਂ, ਮੇਰਾ ਖਿਆਲ ਮੈਨੂੰ ਤਾਂ 30-35 ਸਾਲ ਹੋ ਗਏ ਕਦੇ ਛੁੱਟੀ ਕਰੀ ਹੋਈ। ਬਿਲਕੁਲ ਨਹੀਂ ਵਧੀਆ ਜੀ। ਛੁੱਟੀ ਜਿਹੜੀ ਹੈ ਸਪਿਰਿਟ ਦੀ ਅਸੀਂ ਗੱਲ ਕਰ ਲੈਂਦੇ ਹਾਂ ਕਿ ਜਦੋਂ ਹੌਲੀਡੇ ਸਪਿਰਿਟ ਹੁੰਦੀ ਹੈ ਨਾ, ਪੂਰਾ ਸ਼ਹਿਰ ਜਿਹੜਾ ਬੜਾ ਵਧੀਆ ਚਲੋ ਰੰਗਿਆ ਹੁੰਦਾ ਹੈ। ਸਪੈਸ਼ਲੀ ਕੈਨੇਡਾ ਡੇ ਤੇ ਅਸੀਂ ਕਈ ਕਵਰੇਜਸ ਵੀ ਕੀਤੀਆਂ, ਤੁਸੀਂ ਦੇਖੀਆਂ ਹੋਣੀਆਂ ਜੀ। ਪੂਰਾ ਜਿਹੜਾ ਪ੍ਰੇਰੀ ਵਿੰਡ ਪਾਰਕ ਤੋਂ ਲੈ ਕੇ ਜੈਨੇਸਿਸ ਸੈਂਟਰ ਤੋਂ ਲੈ ਕੇ ਡਾਊਨਟਾਊਨ ਦੇ ਵਿੱਚ ਲੈ ਕੇ, ਭਾਵੇਂ ਯੂਕਲੇਅਰ ਮਾਰਕੀਟ ਹੋਵੇ ਜਾਂ ਫਿਰ ਡਾਊਨਟਾਊਨ ਜਿਹੜਾ ਮੇਨ ਏਰੀਆ ਹੈ, ਹਰ ਪਾਸੇ ਜਿਹੜਾ ਹੈ ਕੈਨੇਡਾ ਡੇ ਦੀ ਜਿਹੜੀ ਸਪਿਰਿਟ ਹੈ ਉਹਨੂੰ ਮਨਾਇਆ ਗਿਆ। ਔਰ ਸਿਰਫ ਕੈਲਗਰੀ ਦੇ ਵਿੱਚ ਹੀ ਨਹੀਂ, ਹਰ ਪਾਸਿਓਂ ਸਾਨੂੰ ਕਈ ਤਸਵੀਰਾਂ ਵੀ ਸਾਡੇ ਕੋਲ ਪਹੁੰਚੀਆਂ, ਕਈ ਜਿਹੜੀ ਸੈਲੀਬ੍ਰੇਸ਼ਨਸ ਦੀਆਂ ਵੀਡੀਓਜ਼ ਨੇ ਉਹ ਵੀ ਸਾਡੇ ਕੋਲ ਪਹੁੰਚੀਆਂ। ਤੇ ਮੈਨੂੰ ਲੱਗਦਾ ਹੈ ਕਿ ਕੈਨੇਡਾ ਡੇ ਦੀ ਜਿਹੜੀ ਮੇਨ ਸਪਿਰਿਟ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਬੀਇੰਗ ਕੈਨੇਡੀਅਨ, ਜਾਂ ਜਿਹੜੇ ਇੱਥੇ ਵੈਸੇ ਵੀ ਲੋਕ ਆਉਂਦੇ ਨੇ ਜੀ, ਉਹਨਾਂ ਨੇ ਭਰਪੂਰ ਜਿਹੜਾ ਹੈ ਉਹਦਾ ਮਜ਼ਾ ਲਿਆ। ਔਰ ਲੌਂਗ ਵੀਕਐਂਡ ਹੁਣ ਵੀ ਚੱਲ ਰਿਹਾ ਰਾਈਟ ਨਾਓ, ਤੇ ਲੋਕੀ ਛੁੱਟੀ ਜਿਹੜੀ ਆ ਉਹ ਮਨਾ ਹੀ ਰਹੇ ਨੇ। ਦੇਖੋ ਕੈਨੇਡਾ ਡੇ ਹੈ ਨਾ, ਜਿਹੜਾ ਸ਼ੁਰੂ ਹੋਇਆ ਸੀ ਜੀ 1 ਜੁਲਾਈ, ਜਿਹੜਾ ਪਹਿਲਾ ਕੈਨੇਡਾ ਡੇ ਸੈਲੀਬ੍ਰੇਸ਼ਨ ਸੀ ਜੀ, ਉਹ ਹੋਈ ਆ 1867 ਚ। ਅੱਛਾ ਜੀ। 1 ਜੁਲਾਈ ਬਿਲਕੁਲ। ਸੋ ਅੱਜ ਜਿਹੜਾ ਹੁਣ ਕੈਨੇਡਾ ਡੇ ਮਨਾ ਕੇ ਹਟੇ ਆ ਜੀ, ਉਹ 156ਵਾਂ ਸਾਲ ਸੀ। ਕੀ ਬਾਤ ਹੈ। 156 ਸਾਲ ਹੋ ਗਏ, ਉਮਰ ਹੋ ਗਈ ਕੈਨੇਡਾ ਦੀ। ਵੈਸੇ ਤਾਂ ਕਹਿ ਲਓ ਜਦੋਂ ਆਪਾਂ ਪੜ੍ਹਦੇ ਹਾਂ ਨਾ ਮਿਲੀਅਨਸ ਆਫ ਇਅਰਸ ਹਨਾ, ਉੱਥੇ ਕੀ ਕੁਝ ਹੋਇਆ। ਤੇ ਕੈਨੇਡਾ ਦੀ ਧਰਤੀ ਤੇ ਸਪੈਸ਼ਲੀ ਡਰਮ ਹੈਲਰ ਜੇ ਆਪਾਂ ਜਾਈਏ ਹਨਾ, ਉੱਥੇ ਜਿਹੜਾ ਮਿਊਜ਼ੀਅਮ ਵੀ ਹੈ, ਤੇ ਆਪਾਂ ਦੇਖਦੇ ਹਾਂ ਕਿ ਇੱਥੇ ਡਾਇਨਾਸੌਰ ਦੀ ਜਿਹੜੀ ਵਸੋਂ ਹੈ ਬਹੁਤ ਜ਼ਿਆਦਾ ਸੀਗੀ। ਸੈਲਸ ਤੋਂ ਲੈ ਕੇ ਰਿਸਰਚ ਵਰਕ ਇੱਥੇ ਹੁੰਦਾ ਹੈ। ਈਵਨ ਜੁਰਾਸਿਕ ਪਾਰਕ ਦੀਆਂ ਜਿਹੜੀਆਂ ਹਨਾ ਗੱਡੀਆਂ ਵੀ ਅਸੀਂ ਘੁੰਮਦੇ ਹੋਏ ਦੇਖਦੇ ਹਾਂ, ਕਿਉਂਕਿ ਉਹ ਆਪਣੀ ਥੀਮ ਰੱਖਣਾ ਚਾਹੁੰਦੇ ਨੇ ਜੀ ਉਹਦੇ ਨਾਲ। ਸੋ ਮੈਨੂੰ ਲੱਗਦਾ ਹੈ ਕਿ ਇੱਥੇ ਜਿਹੜੇ ਮੂਲ ਵਾਸੀ ਸੀਗੇ ਉਹਨਾਂ ਨੇ ਇਸ ਦੇਸ਼ ਨੂੰ ਚੰਗੀ ਤਰ੍ਹਾਂ ਬਣਾਇਆ ਜੀ। ਔਰ ਉਸ ਤੋਂ ਬਾਅਦ ਜਿਹੜਾ ਹੈ ਫੈਡਰੇਸ਼ਨ ਹੋਈਆਂ, ਹੋਰ ਹਨਾ ਕਨਸਟੀਟਿਊਸ਼ਨ ਬਣਿਆ, ਜਿਵੇਂ ਹਰ ਚੀਜ਼ ਹੁੰਦੀ ਆ। ਤੇ ਅੱਜ ਅਸੀਂ ਪ੍ਰਾਊਡਲੀ ਕਹਿ ਸਕਦੇ ਹਾਂ ਕਿ ਜਿਹੜਾ ਕੈਨੇਡਾ ਹੈ ਵਨ ਆਫ ਦੀ ਨਹੀਂ, ਮੈਂ ਤਾਂ ਇਹ ਕਹੂੰਗਾ ਕਿ ਲੀਡਿੰਗ ਕੰਟਰੀ ਇਨ ਦਾ ਵਰਲਡ ਹੈ। ਔਰ ਇਹੀ ਚੀਜ਼ ਮੈਨੂੰ ਲੱਗਦਾ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਵੀ ਐਨੂਅਲ ਸਪੀਚ ਦੇ ਵਿੱਚ ਕਿਹਾ ਜੀ। ਕੀ ਕੁਝ ਕਿਹਾ ਉਹਨਾਂ ਨੇ? ਐਗਜ਼ੈਕਟ ਇਹੀ ਚੀਜ਼ ਕਹੀ ਆ ਉਹਨਾਂ ਨੇ। ਕਿਹਾ ਵੀ ਜਿੱਥੇ ਵੀ ਸਾਡਾ ਜਿਹੜਾ ਕੈਨੇਡੀਅਨ ਫਲੈਗ ਹੈ ਨਾ ਜੀ, ਉਹ ਝੁਲਦਾ ਜੀ, ਤੇ ਉਹ ਅਸੀਂ ਜਿਹੜੇ ਸਾਰੇ ਕੈਨੇਡੀਅਨ ਆ ਉਹ ਪ੍ਰਾਊਡ ਜੀ, ਆਪਦੇ ਜਿਹੜੀ ਤੁਹਾਡੀ ਫੀਲਿੰਗ ਹੈ ਨਾ, ਤੁਸੀਂ ਆਪਦੇ ਆਪ ਨੂੰ ਪ੍ਰਾਊਡ ਸਮਝੋ ਜੀ। ਸੋ ਕੈਨੇਡਾ ਜਿਹੜਾ ਨਾ, ਕੈਨੇਡਾ ਦਾ ਰੋਲ ਜੇ ਆਪਾਂ ਦੇਖਦੇ ਹਾਂ ਦੁਨੀਆ ਭਰ ਦੇ ਵਿੱਚ ਜੀ, ਪੀਸ ਕੀਪਿੰਗ ਦਾ ਰੋਲ ਹੈ। ਜਿਹੜਾ ਜਦੋਂ ਤੁਸੀਂ ਇਸ ਪਾਸੇ ਸੋਚਦੇ ਆ ਨਾ ਵੀ ਹਰ ਪਾਸੇ ਸ਼ਾਂਤੀ ਰਵੇ ਜੀ, ਉਹ ਹਰੇਕ ਇਨਸਾਨ ਵਾਸਤੇ ਤੇ ਹਰੇਕ ਕੰਟਰੀ ਵਾਸਤੇ ਬਹੁਤ ਇੱਕ ਮਹੱਤਵਪੂਰਨ ਬਿਲਕੁਲ ਸੰਕੇਤ ਹੈ। ਬਿਲਕੁਲ। ਆਪਾਂ ਦੇਖੋ ਲੜਾਈ ਨਹੀਂ ਕਰਨ ਜਾਂਦੇ, ਜੇ ਕਿਤੇ ਵੀ ਜਾਂਦੇ ਆ ਆਪਾਂ ਹਰੇਕ ਜਗ੍ਹਾ ਤੇ ਸ਼ਾਂਤੀ, ਜਾਂ ਜੇ ਕਿਤੇ ਲੜਾਈ ਹੁੰਦੀ ਆ ਤਾਂ ਉੱਥੋਂ ਦੇ ਜਿਹੜੇ ਨਾਗਰਿਕ ਆ ਉਹਨਾਂ ਦੀ ਸਹਾਇਤਾ ਵਾਸਤੇ ਜਾਂਦੇ ਜੀ। ਬਹੁਤ ਪੋਲਾਈਟ ਕਿਹਾ ਜਾਂਦਾ ਹੈ ਕੈਨੇਡੀਅਨਸ ਨੂੰ। ਔਰ US ਵਾਲੇ ਸਪੈਸ਼ਲੀ ਬਹੁਤ ਮਜ਼ਾਕ ਵੀ ਉਡਾਉਂਦੇ ਨੇ। ਜੇ ਤੁਸੀਂ ਅਮਰੀਕਨ ਟੀਵੀ ਸ਼ੋਜ਼ ਵਗੈਰਾ ਦੇਖੋਗੇ ਤੇ ਉਹਨਾਂ ਦਾ ਨਾ ਬੜਾ ਇੱਕ ਮਜ਼ਾਕ ਕਰਨ ਦਾ ਤਰੀਕਾ ਹੈ ਕਿ ਜੇ ਜ਼ਿਆਦਾ ਪੋਲਾਈਟ ਹੈ ਤੂੰ ਜਾ ਕੇ ਕੈਨੇਡਾ 'ਚ ਜਾ ਕੇ ਵਸ ਜਾ, ਜਾਂ ਕਹਿੰਦੇ ਨੇ ਕਿ ਕੋਈ ਇੱਥੇ ਤੁਹਾਨੂੰ ਕੋਈ ਟੱਕਰ ਵੀ ਮਾਰ ਦੇਵੇ ਨਾ
ਤਾਂ ਵੀ ਕਹਿੰਦੇ ਨੇ ਨੋ ਜੀ ਸੌਰੀ ਐਂਡ ਡੋਨਟ ਆਫਰ ਕਰਦੇ ਨੇ। ਇਦਾਂ ਦਾ ਜਿਹੜਾ ਇੱਕ ਨੇਚਰ ਦੱਸਿਆ ਜਾਂਦਾ ਹੈ ਕੈਨੇਡੀਅਨਸ ਦਾ। ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਕੈਨੇਡਾ ਜਿਹੜਾ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਅੱਗੇ ਵਧ ਰਿਹਾ ਹੈ ਔਰ ਇੱਕ ਪ੍ਰਤੀਕ ਹੈਗਾ ਜਿਸ ਦੇ ਵਿੱਚ ਡੈਮੋਕ੍ਰੇਸੀ ਔਰ ਜਿਹੜਾ ਫਰੀडम ਆਫ ਸਪੀਚ, ਫਰੀडम ਆਫ ਹੋਪ ਜਿਹੜੀ ਹੈ ਉਹ ਉਹਨਾਂ ਨੇ ਕਿਹਾ ਕਿ ਇਹ ਉਹ ਰਿਪਰੈਜ਼ੈਂਟ ਕਰਦਾ ਹੈ। ਔਰ ਮਲਟੀਕਲਚਰਲਿਜ਼ਮ ਤੋਂ ਲੈ ਕੇ ਹਰ ਚੀਜ਼ ਜਿਹੜੀ ਹੈ ਉਹਨਾਂ ਨੇ ਦੱਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ 2020 ਤੋਂ ਬਾਅਦ ਉਹਨਾਂ ਨੇ ਕੋਈ ਕੈਨੇਡਾ ਦਾ ਜਿਹੜਾ ਡਾਰਕ ਪਾਸਟ ਹੈ ਉਹਦੇ ਬਾਰੇ ਵੀ ਗੱਲ ਨਹੀਂ ਕੀਤੀ ਔਰ ਬਹੁਤ ਹੀ ਆਪਟਿਮਿਸਟਿਕ ਟੋਨ ਦੇ ਵਿੱਚ ਆਪਣੀ ਸਪੀਚ ਦਿੱਤੀ ਜੀ। ਹਾਂ ਬਿਲਕੁਲ ਜੀ, ਦੇਖੋ ਗੱਲ ਉੱਥੇ ਆ ਜਾਂਦੀ ਨਾ ਜਿਹੜੀ ਗੱਲ ਤੁਸੀਂ ਸੌਰੀ ਦੀ ਕਰੀ ਹੈ ਜੀ। ਹੁਣ ਸੌਰੀ ਇੱਕ ਵਰਡ ਇਹ ਜਿਹਾ, ਤੁਸੀਂ ਜੇ ਕਿਸੇ ਨੂੰ ਗੁੱਸੇ ਵੀ ਹੋ ਜਾਂਦੇ ਨਾ ਉਦੋਂ ਬਾਅਦ ਤੁਸੀਂ ਉਹਦੀ ਆਪਦੀ ਉਹ ਗਲਤੀ ਹੈ ਜਿਹੜੀ ਉਹ ਮੰਨ ਲੈਂਦੇ ਆ ਤੇ ਅਗਲੇ ਨੂੰ ਸੌਰੀ ਕਹਿ ਦਿੰਦੇ ਆ ਤਾਂ ਉਹ ਬਹੁਤ ਕੁਝ ਲੁਕੋ ਦਿੰਦਾ ਵਿੱਚ ਜੀ। ਤੇ ਕੈਨੇਡੀਅਨ ਜੇ ਤੁਸੀਂ ਆਪਾਂ ਆਮ ਤੌਰ ਤੇ ਦੇਖੀਏ ਤਾਂ ਸੌਰੀ ਬਹੁਤ ਕਾਮਨ ਵਰਡ ਆ। ਉਹ ਇਸ ਕਰਕੇ ਬਣਿਆ ਬਿਕੋਜ਼ ਜਿਹੜੀ ਸਾਰੀ ਕੰਟਰੀ ਹੋਈ ਆ ਕੈਨੇਡਾ, ਉਹ ਜਿਹੜੀ ਮੈਂ ਪਹਿਲਾਂ ਵੀ ਗੱਲ ਕਹਿ ਕੇ ਹਟਿਆ, ਪੀਸ ਕੀਪਿੰਗ ਜੀ, ਸ਼ਾਂਤੀ ਜੀ ਚਾਹੁੰਦੇ ਆ। ਹੁਣ ਤੁਸੀਂ ਮਿਲਟਰੀ ਲੈ ਲਓ ਕੈਨੇਡਾ ਦੀ ਜੀ, ਮਿਲਟਰੀ ਦਾ ਕੀ ਰੋਲ ਹੈ ਜੀ ਦੁਨੀਆ ਭਰ ਦੇ ਵਿੱਚ? ਇਹੀ ਰੋਲ ਹੈ ਜੀ। ਜੀ ਜੀ ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਗੱਲ ਹੈ। ਔਰ 4 ਕਰੋੜ ਦੀ ਜਿਹੜੀ ਜਨਤਾ ਪੋਪੂਲੇਸ਼ਨ ਜਿਹੜੀ ਪਹੁੰਚੀ ਹੈ ਉਹਦੇ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਉਹਨਾਂ ਨੇ ਇਹੀ ਕਿਹਾ ਕਿ ਹੁਣ ਜਿਹੜਾ ਹੈ ਐਨੂਅਲ ਸਪੀਚ ਤੇ ਤਾਂ ਉਹਨਾਂ ਨੇ ਕਿਹਾ ਹੀ ਹੈ ਕਿ ਹੋਪ ਦੇ ਨਾਲ ਚੱਲਣਗੇ ਤੇ ਮੈਨੂੰ ਲੱਗਦਾ ਹੈ ਕਿ ਇਹ ਬਰਕਰਾਰ ਰੱਖਣਗੇ ਜੀ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜੀ ਹੈ ਜਿਹੜੀ ਕੈਨੇਡੀਅਨ ਲਾਈਫ ਹੈ ਇਹਨੂੰ ਹੋਰ ਬਿਹਤਰ ਬਣਾਉਣ ਦੀ ਸਰਕਾਰ ਜਿਹੜੀ ਹੈ ਪੂਰੀ ਕੋਸ਼ਿਸ਼ ਕਰੇਗੀ। ਬਿਲਕੁਲ ਬਿਲਕੁਲ। ਮੈਨੂੰ ਲੱਗਦਾ ਜਿਹੜੀ ਪਹਿਲੀ ਖਬਰ ਹੀ ਸਾਡੀ ਅੱਜ ਕੈਨੇਡਾ ਡੇ ਦੀ ਰਹੀ ਭਾਜੀ, ਉਹ ਥਾਟ ਆਫ ਦਾ ਡੇ ਉਹਦੇ ਵਿੱਚ ਨਿਕਲ ਗਿਆ ਜਾਂ ਕੋਈ ਹੋਰ ਵੀ? ਮੇਰਾ ਖਿਆਲ ਉਹ ਵਿੱਚ ਜਿਹੜੀ ਹੈ ਨਾ ਖੁਸ਼ੀ, ਕੈਨੇਡਾ ਡੇ ਦੀ ਖੁਸ਼ੀ ਚ ਹੀ ਲੰਘ ਗਿਆ, ਉਹ ਚ ਲੰਘ ਗਿਆ ਜੀ। ਸੋ ਮੈਨੂੰ ਲੱਗਦਾ ਕਿ ਅੱਜ ਦਾ ਜਿਹੜਾ ਖਿਆਲ ਹੈ ਰਾਏ ਸਾਹਿਬ ਦਾ, ਰਾਏ ਕਾ ਖਿਆਲ, ਉਹਦੇ ਚ ਕੀ ਹੈ ਭਾਜੀ? ਪਰ ਕਈ ਵਾਰੀ ਨਾ ਸ਼ਵੀ ਜੀ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਉਹ ਥਾਟ ਤੋਂ ਹੀ ਸ਼ੁਰੂ ਕਰਨਾ ਪ੍ਰੋਗਰਾਮ ਜੀ। ਬਿਲਕੁਲ ਬਿਲਕੁਲ ਰਾਈਟ ਜੀ ਜੀ। ਥਾਟ ਆ ਜਿਹੜਾ ਆਪਣਾ ਉਹ ਤਾਂ ਖਬਰ ਤੋਂ ਬਾਅਦ ਵੀ ਕਰ ਲੈਣਾ ਸ਼ੁਰੂ, ਐਬਸੋਲੂਟਲੀ ਬਿਲਕੁਲ ਸ਼ੇਅਰ ਹੀ ਕਰਨਾ। ਆਪਾਂ ਆਪਣੇ ਜਿਹੜੇ ਦਰਸ਼ਕ ਆ ਉਹਨਾਂ ਦੇ ਨਾਲ ਜੀ ਜਿਹੜੀ ਜੋ ਵੀ ਆਪਾਂ ਗੱਲਾਂ ਬਾਤਾਂ ਕਰਦੇ ਆ ਮਿਲ ਕੇ, ਕੋਈ ਖਬਰ ਪਹਿਲਾਂ ਹੋ ਗਈ ਬਾਅਦ ਚ ਹੋ ਗਈ ਜੀ, ਕੋਈ ਫਰਕ ਨਹੀਂ ਪੈਂਦਾ। ਸੋ ਜਿਹੜਾ ਅੱਜ ਦਾ ਜੋ ਮੈਂ ਸੋਚਦਾ ਨਾ, ਜੋ ਮੈਂ ਲਿਖ ਕੇ ਲਿਆ, ਉਹ ਇਹ ਹੈ ਵੀ ਛੋਟੀਆਂ ਛੋਟੀਆਂ ਗੱਲਾਂ ਦਿਲ ਵਿੱਚ ਰੱਖਣ ਨਾਲ, ਜੇ ਆਪਾਂ ਦਿਲ 'ਚ ਛੋਟੀਆਂ ਛੋਟੀਆਂ ਗੱਲਾਂ ਇੱਕ ਦੂਜੇ ਦੇ ਉਲਟ, ਚਾਹੇ ਸਾਡਾ ਪਰਿਵਾਰ ਆ ਚਾਹੇ ਸਾਡਾ ਦੋਸਤ ਆ, ਕਿਸੇ ਬਾਰੇ ਵੀ ਜੇ ਅਸੀਂ ਸੋਚਦੇ ਆ ਨਾ ਤੇ ਦਿਲ 'ਚ ਰੱਖਦੇ ਆ ਜੀ, ਤਾਂ ਵੱਡੇ ਵੱਡੇ ਰਿਸ਼ਤੇ ਵੀ ਕਮਜ਼ੋਰ ਹੋ ਜਾਂਦੇ ਆ। ਕਿਆ ਬਾਤ। ਸੋ ਰਿਸ਼ਤਾ ਜੋ ਮਰਜ਼ੀ ਹੋਵੇ, ਜੇ ਤੁਸੀਂ ਉਸ ਜਿਹੜਾ ਜਿਹਦੇ ਇਨਸਾਨ ਦੇ ਪ੍ਰਤੀ ਜਿਹੜੀ ਕੋਈ ਗੱਲ ਚਾਹੇ ਛੋਟੀ ਜੀ ਆਪਦੇ ਮਨ 'ਚ ਰੱਖੀ ਤੇ ਉਹ ਹੌਲੀ 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 ਵੱਡੀ ਬਣ ਜਾਂਦੀ ਹੈ। ਬਿਲਕੁਲ। ਸੋ ਕਦੇ ਵੀ ਨਾ ਉਹ ਕਰਨਾ ਨਹੀਂ ਚਾਹੀਦਾ। ਜੇ ਕਿਸੇ ਨਾਲ ਕੋਈ ਗੁੱਸਾ ਗਿੱਲਾ ਤਾਂ ਉਹਦੇ ਨਾਲ ਉਦੋਂ ਹੀ ਗੱਲ ਕਰ ਲਓ ਜੀ। ਕਈਆਂ ਦੀ ਆਦਤ ਹੁੰਦੀ ਹੈ ਮੇਰੇ ਵਰਗਿਆਂ ਦੀ ਨਾ, ਸਟ੍ਰੇਟ ਫਾਰਵਰਡ ਸਿੱਧੇ। ਹਾਂ ਬਿਲਕੁਲ। ਮੈਂ ਕਈ ਵਾਰ ਨਹੀਂ ਸੋਚਦਾ, ਬਾਅਦ ਸੋਚਦਾ ਕਿ ਯਾਰ ਕਿਉਂ ਕਹਿਤਾ। ਨਹੀਂ ਉਹ ਕੋਈ ਉਹ ਦੇਖੋ ਉਹਦੇ ਨਾਲ ਕੀ ਹੁੰਦਾ, ਉਹਦੇ ਨਾਲ ਉਸ ਟਾਈਮ ਤੇ 1-2 ਮਿੰਟ ਗੁੱਸਾ ਲੱਗਦਾ, ਪਰ ਜੇ ਅਸੀਂ ਲੌਂਗ ਰਨ ਦੀ ਗੱਲ ਕਰਦੇ ਨਾ, ਲੰਬੇ ਟਾਈਮ ਦੀ ਜੀ, ਤਾਂ ਉਹਦੇ ਵਾਸਤੇ ਬਹੁਤ ਵਧੀਆ ਇਹ ਹੈ ਵੀ ਕਹਿ ਦਿਓ ਜੋ ਮਨ ਚ ਕਹਿ ਦਿਓ, ਪਤਾ ਲੱਗ ਜਾਏ ਅਗਲੇ ਨੂੰ ਕਿ ਤੁਹਾਡੇ ਮਨ ਚ ਕੀ ਹੈ। ਬਿਕੋਜ਼ ਜੇ ਤੁਸੀਂ ਨਹੀਂ ਕਹੋਗੇ ਨਾ, ਉਹ ਤੁਹਾਡੇ ਮਨ ਚ ਉਹਨੇ ਹੋਰ ਵਧੀ ਜਾਣਾ, ਉਹਦੀ ਨਫ਼ਰਤ ਹੈ ਨਾ ਜਿਹੜੀ ਇੱਕ ਦੂਜੇ ਦੀ, ਉਹ ਮਨ ਚ ਵਧੀ ਜਾਣੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਸੋ ਬਹੁਤ ਸਹੀ ਅੱਜ ਦਾ ਜਿਹੜਾ ਥਾਟ ਹੈ ਭਾਜੀ ਹੋਰਾਂ ਨੇ ਦੱਸਿਆ ਕਿ ਜਿਹੜੀਆਂ ਗੱਲਾਂ ਨੇ ਆਪਣੇ ਮਨ ਦੇ ਵਿੱਚ ਨਾ ਰੱਖੋ। ਕੋਈ ਵੀ ਰਿਸ਼ਤਾ ਹੈ, ਭਾਵੇਂ ਪ੍ਰੋਫੈਸ਼ਨਲ, ਪਰਸਨਲ, ਤੁਹਾਡਾ ਕੋਈ ਦੋਸਤ ਯਾਰ ਹੈ, ਤੁਹਾਡੀ ਵਾਈਫ ਹੈ, ਹਸਬੈਂਡ ਹੈ, ਭੈਣ ਭਰਾ ਹੋ, ਕੋਈ ਵੀ ਏਦਾਂ ਦਾ ਰਿਸ਼ਤਾ ਹੈ, ਜੇ ਤੁਹਾਡੇ ਮਨ ਦੇ ਵਿੱਚ ਕੋਈ ਵੀ ਗੱਲ ਹੈ ਉਹਨੂੰ ਕਲੀਅਰ ਕਰੋ ਤੇ ਅੱਗੇ ਵਧੋ। ਔਰ ਜ਼ਿੰਦਗੀ ਕਹਿੰਦੇ ਨੇ ਬਹੁਤ ਛੋਟੀ ਹੈ ਜੀ, ਕਿਉਂ ਗਿਲਾ ਸ਼ਿਕਵਾ ਰੱਖਣਾ ਜੀ ਮਨ ਦੇ ਵਿੱਚ, ਉਹਨੂੰ ਕਲੀਅਰ ਕਰੋ ਤੇ ਰਿਸ਼ਤਿਆਂ ਨੂੰ ਬਰਕਰਾਰ ਰੱਖੋ। ਜਿਹੜੇ ਵੀ ਗੁੱਸੇ ਗਿੱਲੇ ਵੀ ਹੁੰਦੇ ਆ ਨਾ ਸ਼ਵੀ ਜੀ, ਉਹ ਇਸੇ ਕਰਕੇ ਹੁੰਦੇ ਆ ਜਦੋਂ ਆਪਾਂ ਛੋਟੀ ਜੀ ਗੱਲ ਹੁੰਦੀ ਆ ਉਹਨੂੰ ਮਨ ਚ ਰੱਖਦੇ ਆ ਜੀ, ਉਦੋਂ ਬਾਅਦ ਕੋਈ ਨਿੱਕੀ ਮੋਟੀ ਹੋਰ ਹੋ ਜਾਂਦੀ ਉਹ ਫੇਰ ਅਸੀਂ ਰੱਖ ਲੈਂਦੇ ਆ ਜੀ ਜੀ ਜੀ। ਫਿਰ ਉਹ ਇੱਕ ਵਾਰੀ ਜਿਹੜਾ ਨਾ ਬਲਾਸਟ ਹੁੰਦੀ ਹੈ ਫਿਰ ਉਹ ਫਿਰ ਬਿਲਕੁਲ ਗੱਲ ਕਰਨ ਤੋਂ ਹਟ ਜਾਂਦੇ ਜੀ। ਸੋ ਇਹਨੂੰ ਬਰਕਰਾਰ ਰੱਖੋ ਜੀ ਔਰ ਵਧੀਆ ਤਰੀਕੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਫਿਰ ਤੋਂ ਕਰੋ, ਗੱਲਾਂ ਬਾਤਾਂ ਕਲੀਅਰ ਕਰੋ ਜੀ, ਅੱਜ ਹੀ ਕਰ ਲਓ ਜੀ।
ਅੱਛਾ ਭਾਜੀ, ਕਹਿੰਦੇ ਨੇ ਕਿ ਲੇਬਰ ਸ਼ਾਰਟੇਜ ਬਹੁਤ ਜ਼ਿਆਦਾ ਹੋ ਰਹੀ ਹੈ ਜੀ ਇੱਥੇ ਕੈਨੇਡਾ ਦੇ ਵਿੱਚ, ਔਰ ਉਹਦੇ ਕਰਕੇ ਕਾਫੀ ਪ੍ਰੈਸ਼ਰ ਪੈ ਰਿਹਾ ਜੀ ਹਾਊਸਿੰਗ ਸਪਲਾਈ ਗੈਪ ਦੇ ਉੱਪਰ। ਦੇਖੋ, ਲੇਬਰ ਸ਼ਾਰਟੇਜ ਤਾਂ ਕਾਫੀ ਸਾਲਾਂ ਤੋਂ ਆ ਰਹੀ ਹੈ ਜੀ। ਜੇ ਤੁਸੀਂ ਦੇਖੋ ਨਾ, ਕੱਲੀ ਕੰਸਟਰਕਸ਼ਨ ਦੀ ਨਹੀਂ ਜੀ, ਜੇ ਤੁਸੀਂ ਕਿਸੇ ਵੀ ਕੰਮ ਬਾਰੇ ਦੇਖ ਲਓ ਜੀ। ਮੈਂ ਪਿਛਲੇ ਕੋਈ 3 ਸਾਲਾਂ ਦੀ ਗੱਲ ਆ ਜਾਂ 4 ਸਾਲ ਜੀ US ਗਿਆ ਸੀ ਤੇ ਮੈਂ ਡਰਾਈਵ ਕਰਕੇ ਆਇਆ ਸੀ US ਤੋਂ, ਕੈਲੀਫੋਰਨੀਆ ਤੋਂ। ਅੱਛਾ ਜੀ, ਅੱਛਾ ਜੀ। ਜਿੰਨੇ ਮੈਂ ਮੈਕਡੋਨਲਡ ਦੇਖੇ, ਉਹਨਾਂ ਨੇ ਨਾ ਬਾਹਰ ਲਿਖ ਕੇ ਲਾਇਆ ਹੋਇਆ ਸੀ ਵੈਕੈਂਸੀ, ਹੈਲਪ ਵਾਂਟਡ। ਹਾਂਜੀ। $17 $18 $19 ਘੰਟੇ ਦੇ ਪਰ। ਅੱਛਾ, ਹਾਂ, ਕੀ ਬਾਤ। ਸੋ ਹੁਣ ਇੱਥੇ ਆਪਾਂ ਜਾਂਦੇ ਆ, ਟਿਮ ਹਾਰਟਨ ਲੈ ਲਓ ਜਾਂ ਕੋਈ ਹੋਰ ਜਿਹੜੇ ਦੁਕਾਨਾਂ ਹੈਗੇ ਆ, ਸਟੋਰ ਹੈਗੇ ਆ, ਉਹਨਾਂ 'ਚ, ਹਾਂ, ਰੈਸਟੋਰੈਂਟ ਲੈ ਲਓ, ਬਹੁਤਿਆਂ ਦੇ ਬਾਹਰ ਲਿਖਿਆ ਹੁੰਦਾ ਹੈਲਪ ਵਾਂਟਡ। ਹੁਣ ਜਿਹੜੀ ਕੰਸਟਰਕਸ਼ਨ ਹੈ, ਕੰਸਟਰਕਸ਼ਨ ਇੱਕ ਇਹੋ ਜਿਹਾ ਕਿੱਤਾ ਹੈ ਜਿਹਦੇ 'ਚ ਆਮ ਬੰਦਾ ਤਾਂ ਕੰਮ ਕਰ ਨਹੀਂ ਸਕਦਾ। ਬਿਲਕੁਲ। ਥੋੜੀਆਂ ਬਹੁਤੀਆਂ ਸਕਿੱਲਸ, ਹਾਂ, ਤੁਹਾਨੂੰ ਜੇ ਸਕਿੱਲ ਥੋੜੀ ਬਹੁਤੀ ਜਾਂ ਤੁਹਾਡਾ ਇੰਟਰਸਟ ਹੋਊਗਾ ਤਾਂ ਚਲੋ ਦੂਸਰਾ ਬੰਦਾ ਉਹਨੂੰ ਤੁਹਾਨੂੰ ਸਿਖਾ ਵੀ ਲਊਗਾ ਜੀ। ਪਰ ਕੰਸਟਰਕਸ਼ਨ ਦੇ ਵਿੱਚ ਇੱਕ ਤਾਂ ਪਾਪੂਲੇਸ਼ਨ ਵੱਧ ਰਹੀ ਹੈ ਜੀ। ਪਾਪੂਲੇਸ਼ਨ ਵਧਣ ਦੇ ਨਾਲ ਜਿਹੜੀ ਘਰਾਂ ਦੀ ਡਿਮਾਂਡ ਜ਼ਿਆਦਾ ਹੈ ਜੀ। ਹੁਣ ਘਰਾਂ ਦੀ ਡਿਮਾਂਡ ਜ਼ਿਆਦਾ ਹੋਗੀ ਤੇ ਉਧਰੋਂ ਲੇਬਰ ਸ਼ਾਰਟੇਜ ਹੈ, ਘੱਟ ਹੈ, ਮਿਲਦੇ ਨਹੀਂਗੇ ਕੰਮ ਕਰਨ ਵਾਲੇ ਜੀ। ਸੋ ਉਹਦੇ ਨਾਲ ਫਿਰ ਜਿਹੜਾ ਉਹਦਾ ਟਾਈਮ ਹੈ ਨਾ ਬਣਾਉਣ ਦਾ, ਜੇ ਐਵਰੇਜ 3 ਮਹੀਨੇ ਲੱਗਦੇ ਆ ਬਣਾਉਣ ਨੂੰ, ਘਰ ਬਣਾਉਣ ਨੂੰ, ਤਾਂ ਹੁਣ ਉਹਦੇ 'ਚ ਤੁਹਾਡੇ 6 ਮਹੀਨੇ ਤੋਂ ਸਾਲ ਵੀ ਲੱਗ ਸਕਦਾ ਜੀ। ਬਿਲਕੁਲ ਸਹੀ ਗੱਲ ਹੈ। ਔਰ ਜੌਬ ਵੈਕੈਂਸੀ ਰੇਟ ਜਿਹੜਾ ਹੈ ਕੰਸਟਰਕਸ਼ਨ ਦੇ ਵਿੱਚ ਹੁਣ ਦੀ ਜੇ ਗੱਲ ਕਰੀਏ, ਔਰ ਰਿਕਾਰਡ ਹਾਈ ਤੇ ਹੈ ਭਾਜੀ, ਜਿੱਥੇ 80,000 ਨੌਕਰੀਆਂ ਇੰਤਜ਼ਾਰ ਕਰ ਰਹੇ ਨੇ ਇੰਡਸਟਰੀ ਦੇ ਵਿੱਚ। ਔਰ ਇਹਨਾਂ ਨੇ ਕਿਹਾ ਹੈ ਕਿ ਇਹ ਬਹੁਤ ਕੰਸਰਨ ਵਾਲੀ ਗੱਲ ਹੈ ਕਿ ਇੱਕ ਪ੍ਰੋਪਰ ਜਿਹੜਾ ਲੇਬਰ ਜਿਹੜਾ ਚਾਹੀਦਾ ਹੁੰਦਾ ਕੰਸਟਰਕਸ਼ਨ ਦੇ ਵਿੱਚ, ਉਹ ਲੋਕੀ ਮਿਲ ਨਹੀਂ ਰਹੇ। ਔਰ ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ ਦੱਸਿਆ ਹੈ ਕਿ ਉਹਨਾਂ ਨੂੰ 3.5 ਮਿਲੀਅਨ ਜਿਹੜੇ ਹੋਰ ਘਰ ਨੇ ਉਹ 2030 ਤੱਕ ਬਣਾਉਣ ਦੀ ਲੋੜ ਪਵੇਗੀ। ਔਰ ਇਸ ਟਾਈਮ ਜਿਹੜਾ ਹੈ ਜੋ ਰੇਟ ਚੱਲ ਰਿਹਾ ਹੈ ਵੈਕੈਂਸੀ ਦਾ, ਔਰ ਲੋਕਾਂ ਦੀ ਜਿਹੜੀ ਕਮੀ ਹੋ ਰਹੀ ਹੈ, ਇਹਦੇ ਨਾਲ ਇਹ ਪੋਸੀਬਲ ਘੱਟ ਲੱਗ ਰਿਹਾ ਜੀ। ਇਹ ਦੇਖੋ, ਇਸੇ ਕਰਕੇ ਹੀ ਹੈ ਨਾ, ਜਿਹੜੀ ਹੁਣ ਜੇ ਆਪਾਂ ਕੈਨੇਡਾ ਦੀ ਇਮੀਗ੍ਰੇਸ਼ਨ ਵੱਲ ਦੇਖੀਏ ਜੀ, ਇਮੀਗ੍ਰੈਂਟ ਵੀ ਬਹੁਤ ਆ ਰਹੇ ਆ ਜੀ, ਐਂਡ ਉਹਦੇ ਵਿੱਚ ਕੰਸਟਰਕਸ਼ਨ ਦੇ ਐਕਸਪੀਰੀਅੰਸ ਦੇ ਬੰਦੇ ਵੀ ਹੋਣਗੇ, ਉਹਨਾਂ ਨੂੰ ਵੀ ਰਲਾ ਕੇ ਸਾਰਿਆਂ ਨੂੰ ਫੇਰ ਵੀ ਸ਼ਾਰਟੇਜ ਹੈ ਜੀ। ਮੈਂ ਵੀ ਦੇਖ ਰਿਹਾ, ਹਾਂਜੀ ਹਾਂਜੀ। ਤੇ ਹੁਣ ਜਦੋਂ ਆਪਾਂ ਦੇਖਦੇ ਹਾਂ ਜਿਹੜੇ ਸਟੂਡੈਂਟ ਆ, ਸਟੂਡੈਂਟ ਨੂੰ ਐਵਰੇਜ 20 ਘੰਟੇ ਅਲਾਉਡ ਆ ਕੰਮ ਕਰਨਾ ਜੀ। ਉਹਦੇ 'ਚ ਜਿਹੜੀ ਕੰਸਟਰਕਸ਼ਨ ਆ, ਉਹਦੇ 'ਚ ਬਹੁਤ ਸਟੂਡੈਂਟ ਵੀ ਟੈਂਪਰੇਰੀ ਕੰਮ ਕਰਦੇ ਆ ਜੀ। ਐਕਚੁਅਲੀ ਸਕਿਲਡ ਕੰਮ ਹੈ ਨਾ, ਉਹੀ ਤੁਹਾਡੀ ਵਾਲੀ ਗੱਲ ਹੈ ਕਿ ਕਿੰਨਾ ਕੁ ਸਿਖਾਉਂਗੇ। ਇਦਾਂ ਨਹੀਂ ਕਿ ਕੋਈ ਵੀ ਜਾ ਕੇ ਕੰਸਟਰਕਸ਼ਨ ਦਾ ਉਹ ਬਣ ਸਕਦਾ। ਬਹੁਤ ਸਾਰੀ ਜਿਹੜੀਆਂ ਜਿਵੇਂ ਉਹ ਗੇਅਰਸ ਪਾਣੇ ਪੈਂਦੇ ਨੇ, ਉਹ ਔਰ ਕੰਸਟਰਕਸ਼ਨ ਦੇ ਵਿੱਚ ਇਕੱਲਾ ਲੋਕੀ ਇਮੇਜਿਨ ਕਰਦੇ ਨੇ ਇਕੱਲਾ ਇੱਟਾਂ ਚੱਕ ਕੇ, ਇੱਥੇ ਤਾਂ ਇੱਟਾਂ ਵਾਲਾ ਕੰਮ ਹੀ ਨਹੀਂ ਹੈਗਾ। ਸੋ ਇਹਦੇ ਵਿੱਚ ਇੱਕ ਪ੍ਰੋਪਰ ਸਕਿੱਲ ਚਾਹੀਦਾ ਹੈ, ਕਿਵੇਂ ਤੁਸੀਂ ਜੋੜਨਾ ਹੈ, ਕਿਵੇਂ ਤੁਸੀਂ ਉਹਨੂੰ ਕਰਨਾ ਹੈ। ਕਿਉਂਕਿ ਹਰ ਚੀਜ਼ ਤਾਂ ਭਾਜੀ ਬਣੀ ਹੋਈ ਹੈ, ਕਹਿੰਦੇ ਨਾ ਗੱਤਿਆਂ ਦਾ ਘਰ ਜਿਵੇਂ ਕਹਿੰਦੇ ਆ, ਤੇ ਤੁਸੀਂ ਉਹਨੂੰ ਯੂ ਕੈਨ ਨਾਟ ਗੋ ਰੋਂਗ। ਔਰ ਜਦੋਂ ਤੁਸੀਂ ਰੋਂਗ ਕਰਦੇ ਹੋ ਤਾਂ ਫਿਰ ਉਹਦਾ ਜਿਹੜਾ ਪਰ ਜਿਹੜਾ ਹਰੇਕ ਸਟੈਪ ਹੈ ਨਾ ਸ਼ਬੀ ਜੀ, ਫਾਊਂਡੇਸ਼ਨ ਤੋਂ ਲੈ ਕੇ, ਹਾਂਜੀ, ਉਹਦੀ ਪੱਟਣ ਤੋਂ ਲੈ ਕੇ, ਉਸ ਤੋਂ ਬਾਅਦ ਫਾਊਂਡੇਸ਼ਨ ਤੋਂ ਬਾਅਦ ਤੁਹਾਡੀ ਫਰੇਮਿੰਗ ਜੀ, ਫਰੇਮਿੰਗ ਤੋਂ ਬਾਅਦ ਤੁਹਾਡੀ ਹੀਟਿੰਗ, ਇਲੈਕਟ੍ਰੀਕਲ, ਉਹ ਸਾਰੇ ਕੰਮ ਨੂੰ ਸਕਿਲਡ ਜੀ ਵਰਕਰ, ਜਿਹੜੇ ਐਕਸਪੀਰੀਅੰਸ ਹੈਗੇ ਬੰਦੇ, ਉਹੀ ਚਾਹੀਦੇ ਆ। ਹੁਣ ਐਕਸਪੀਰੀਅੰਸ ਬੰਦੇ ਦੇ ਨਾਲ ਜੇ ਕੋਈ ਇਲੈਕਟ੍ਰੀਸ਼ੀਅਨ ਆ, ਉਹਦੇ ਨਾਲ ਚਲੋ 2 ਹੈਲਪਰ ਉਹਨੂੰ ਥੋੜਾ ਬਹੁਤਾ ਟ੍ਰੇਨ ਕਰ ਲੂਗਾ। ਪਰ ਪ੍ਰੋਬਲਮ ਇੱਥੇ ਇਹ ਆਉਂਦੀ ਹੈ ਸ਼ਵੀ ਜੀ, ਜਿਹਨੂੰ ਟ੍ਰੇਨ ਕਰਦੇ ਆ ਨਾ, ਉਹ ਹਫਤਾ 2 ਹਫ਼ਤੇ, ਮਹੀਨਾ 2 ਮਹੀਨੇ ਲਾ ਕੇ ਫਿਰ ਉਹ ਕਿਤੇ ਹੋਰ ਚਲਾ ਜਾਂਦਾ। ਸੋ ਉਹ ਇੱਕ ਬਹੁਤ ਵੱਡਾ ਇਸ਼ੂ ਹੈ ਜੀ। ਬਿਲਕੁਲ ਸੀ। ਦੇਖ ਲਓ ਕਿ ਜੇ 2021 ਦੇ ਵਿੱਚ ਨਵੇਂ ਜਿਹੜੇ ਘਰ ਬਣੇ 2,71,000 ਦੱਸੇ ਜਾ ਰਹੇ ਨੇ, ਔਰ ਡਿਕਲਾਈਨ ਹੋ ਕੇ ਉਹ 2022 ਦੇ ਵਿੱਚ 2,60,000 ਹੋ ਗਏ। ਔਰ ਇਸ ਸਾਲ ਦੀ ਜੇ ਆਪਾਂ ਦੇਖੀਏ ਤੇ ਜਿਹੜਾ ਹਾਊਸਿੰਗ ਡ੍ਰੌਪ ਹੋਇਆ ਹੈ 23% ਤੋਂ ਲੈ ਕੇ ਉਸ ਤੋਂ ਵੀ ਵੱਧ ਜਿਹੜਾ ਹੈ ਉਹ ਹੋ ਰਿਹਾ। ਤੇ ਇਹ ਪ੍ਰੈਡਿਕਸ਼ਨ ਹੈ ਕਿ ਇਹ ਘਟਦੇ ਜਾਣਗੇ ਜੀ, ਜਿਹੜੇ ਨਵੇਂ ਘਰ ਬਣ ਰਹੇ ਨੇ, ਇਹਨਾਂ ਦੀ ਜਿਹੜੀ ਗਿਣਤੀ ਉਹ ਘਟਦੀ ਜਾਊਗੀ। ਔਰ ਜੇ ਇਹਦਾ ਕੋਈ ਇੰਤਜ਼ਾਮ ਨਹੀਂ ਕੀਤਾ ਗਿਆ, ਜਾਂ ਜਿਹੜੇ ਸਕਿੱਲ ਨੇ ਇਹ ਲੋਕਾਂ ਤੱਕ ਨਹੀਂ ਪਹੁੰਚਿਆ, ਔਰ ਲੋਕਾਂ ਨੇ ਕੰਸਟਰਕਸ਼ਨ ਦੇ ਵਿੱਚ ਇੰਟਰਸਟ ਨਹੀਂ ਦਿਖਾਇਆ, ਤੇ ਬਹੁਤ ਔਖਾ ਹੋ ਜਾਣਾ। ਔਰ
ਜਦੋਂ ਇਦਾਂ ਦੀ ਗੱਲ ਹੋਊਗੀ ਤਾਂ ਮੈਨੂੰ ਲੱਗਦਾ ਫਿਰ ਪ੍ਰਾਈਸ ਹੋਰ ਵੱਧ ਜਾਣਗੇ ਘਰਾਂ। ਐਗਜ਼ੈਕਟਲੀ, ਜਦੋਂ ਦੇਖੋ ਡਿਮਾਂਡ ਐਂਡ ਸਪਲਾਈ ਹੈ ਜੀ, ਜੇ ਤੁਹਾਡੀ ਸਪਲਾਈ ਘਟੀ ਜਾਂਦੀ ਹੈ ਜੀ, ਤੇ ਡਿਮਾਂਡ ਵਧੀ ਜਾਂਦੀ ਹੈ ਜੀ, ਆਪੇ ਪ੍ਰਾਈਸਾਂ ਵਧਣੀਆਂ। ਜੀ, ਹੁਣ ਜੇ ਆਪਾਂ ਕੰਪੇਅਰ ਕਰਦੇ ਹਾਂ BC ਨੂੰ ਅਲਬਰਟਾ ਦੇ ਨਾਲ, ਇਹੀ ਰੀਜ਼ਨ ਹੈ। BC ਦੇ ਵਿੱਚ ਹੁਣ ਜੇ ਕੈਲਗਰੀ ਦੀ ਆਪਾਂ ਦੇਖੀਏ ਨਾ ਵੀ ਜਿਹੜਾ ਗਰੋਥ ਹੋ ਰਹੀ ਹੈ ਪਾਪੂਲੇਸ਼ਨ ਦੀ ਹੁਣ ਜ਼ਿਆਦਾ ਹੈ, ਪਰ ਐਵਰੇਜ ਦੇ ਦੇਖੀਏ ਤਾਂ ਆਪਾਂ BC ਦੇ ਵਿੱਚ ਲੋਕ ਜ਼ਿਆਦਾ ਮੂਵ ਹੁੰਦੇ ਆ। ਹਾਂਜੀ, ਥੋੜਾ ਜਿਹਾ ਵੈਦਰ ਕਰਕੇ, ਉਹਦੇ ਕਰਕੇ, ਤੇ ਉੱਥੇ ਜਿਹੜੀ ਡਿਮਾਂਡ ਸਪਲਾਈ ਆ, ਸਪਲਾਈ ਘੱਟ ਆ, ਡਿਮਾਂਡ ਜ਼ਿਆਦਾ ਆ ਜੀ। ਹੁਣ ਉਹੀ ਸਿਸਟਮ ਹੈ ਜਿਹੜਾ ਕੈਲਗਰੀ ਜਾਂ ਅਲਬਰਟਾ ਦੇ ਵਿੱਚ ਆ ਰਿਹਾ ਜੀ। ਸੋ ਜਿਵੇਂ ਜਿਵੇਂ ਸਪਲਾਈ ਘਟੀ ਜਾਣੀ ਆ, ਡਿਮਾਂਡ ਵਧੀ ਜਾਣੀ ਆ, ਤੇ ਆਪੇ ਪ੍ਰਾਈਸਾਂ ਵਧਣੀਆਂ ਜੀ। ਬਿਲਕੁਲ। ਸੋ ਦੇਖਦੇ ਆ ਕਿ ਇਹ ਜਿਹੜੀ ਹੈ ਡਿਮਾਂਡ ਐਂਡ ਸਪਲਾਈ ਔਰ ਜਿਹੜੀਆਂ ਨੌਕਰੀਆਂ ਨੇ, ਔਰ ਇੱਕ ਗੱਲੋਂ ਇੱਕ ਓਪਰਚੁਨਿਟੀ ਵੀ ਹੈ ਜੇ ਤੁਸੀਂ ਇਹ ਖਬਰ ਸੁਣ ਰਹੇ ਹੋ ਜਾਂ ਤੁਹਾਨੂੰ ਲੱਗਦਾ ਹੈ, ਜੇ ਤੁਹਾਡਾ ਇੰਟਰਸਟ ਹੈ ਕੰਸਟਰਕਸ਼ਨ ਵਾਲੇ ਪਾਸੇ ਜਾਂ ਤੁਹਾਡੀ ਕੰਸਟਰਕਸ਼ਨ ਕੰਪਨੀ ਹੈ, ਜਾਂ ਸੋ ਡਿਮਾਂਡ ਬਹੁਤ ਜ਼ਿਆਦਾ ਹੈ। ਇਸ ਦੇ ਵਿੱਚ ਹੋਰ ਜ਼ਿਆਦਾ ਤੁਸੀਂ ਇਨਵੈਸਟ ਕਰ ਸਕਦੇ ਹੋ, ਲੋਕਾਂ ਨੂੰ ਹੋਰ ਟ੍ਰੇਨ ਕਰ ਸਕਦੇ ਹੋ। ਟ੍ਰੇਨਿੰਗ ਸਕੂਲਸ ਜਿਹੜੇ ਨੇ ਇਸ ਦੇ ਜਿਹੜੇ ਹੈਗੇ ਨੇ, ਉਹ ਤੁਹਾਨੂੰ ਵਧੀਆ, ਤੁਹਾਨੂੰ ਜੌਬ ਜਿਹੜੀ ਗਾਰੰਟੀਡ ਹੀ ਹੈ ਜੀ। 80,000 ਨੌਕਰੀਆਂ ਨੇ ਤੇ ਮੈਨੂੰ ਲੱਗਦਾ ਇਸ ਦੇ ਵਿੱਚ ਵਧੀਆ ਕਰੀਅਰ ਬਣ ਸਕਦਾ, ਔਰ ਚੰਗੇ ਪੈਸੇ ਨੇ ਜੀ ਇਸ ਇੰਡਸਟਰੀ ਦੇ ਵਿੱਚ। ਤੁਸੀਂ ਵਧੀਆ ਇਹਦੇ ਵਿੱਚ ਕਮਾਈ ਕਰਕੇ ਆਪਣਾ ਘਰ ਚਲਾ ਸਕਦੇ ਹੋ। ਆਲ ਦੀ ਵੈਰੀ ਬੈਸਟ ਜਿਹੜੇ ਕੰਸਟਰਕਸ਼ਨ ਦੇ ਵਿੱਚ ਆਉਣਾ ਚਾਹੁੰਦੇ ਨੇ ਔਰ ਆਪਣਾ ਜਿਹੜਾ ਕਰੀਅਰ ਬਣਾਉਣਾ ਚਾਹੁੰਦੇ ਨੇ। ਹਾਂਜੀ ਭਾਜੀ, ਕਰੀਅਰ ਦੇ ਵਿੱਚ ਕਈ ਵਾਰ ਏਦਾਂ ਦੇ ਮੋੜ ਆਉਂਦੇ ਨੇ। ਕਰੀਅਰ ਤੋਂ ਯਾਦ ਆਇਆ ਮੈਨੂੰ ਕਿ ਜਦੋਂ ਲੇ ਆਫ ਬਹੁਤ ਸਾਰੇ ਹੁੰਦੇ ਨੇ, ਔਰ ਇਹ ਸਮਾਂ ਆਇਆ ਜਦੋਂ ਜ਼ਿਆਦਾਤਰ ਦੁਨੀਆ ਭਰ ਦੇ ਵਿੱਚ ਲੇ ਆਫ ਹੋਣ ਲੱਗੇ, ਨੌਕਰੀਆਂ ਤੋਂ ਜਵਾਬ ਲੋਕਾਂ ਨੂੰ ਮਿਲ ਗਏ ਔਰ ਘਰੇ ਬਹਿ ਗਏ ਜੀ ਲੋਕੀ। ਉਹ ਸਮਾਂ ਸੀ ਪੈਂਡਮਿਕ ਦਾ। ਹਾਂਜੀ, 2020 ਦੇ ਵਿੱਚ ਜਿੰਨੀਆਂ ਨੌਕਰੀਆਂ ਗਈਆਂ ਲੋਕਾਂ ਦੀਆਂ, ਉਹਦੇ ਤੁਸੀਂ ਦੁਨੀਆ ਭਰ ਦੇ ਵਿੱਚ ਕਹਿ ਲਓ, ਲੋਕੀ ਕਈ ਤਾਂ ਬਰਬਾਦ ਹੀ ਹੋ ਗਏ। ਹਾਂ ਬਿਲਕੁਲ। ਪਰ ਕੈਨੇਡਾ ਇੱਕ ਐਸਾ ਮੁਲਕ ਸੀ ਜਿਹਨੇ ਕਿਹਾ ਕਿ ਕੋਈ ਗੱਲ ਨਹੀਂ ਜੀ, ਤੁਹਾਡੀ ਨੌਕਰੀ ਜਾਂਦੀ ਹੈ ਤੇ ਸਾਡੇ ਵੱਲੋਂ CERB ਜਿਹੜੇ ਬੈਨੀਫਿਟਸ ਨੇ ਉਹ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਉਸ ਦੇ ਵਿੱਚ ਤੁਹਾਨੂੰ $2,000 ਪ੍ਰਤੀ ਮਹੀਨਾ ਤੁਹਾਨੂੰ ਮਿਲ ਸਕਦੇ ਨੇ। ਔਰ ਬਹੁਤ ਲੋਕਾਂ ਨੇ ਅਪਲਾਈ ਕੀਤਾ ਜੀ, ਬਹੁਤ ਲੋਕਾਂ ਦੇ ਘਰ ਚੱਲੇ, ਬਹੁਤ ਲੋਕਾਂ ਦੀ ਹੈਲਪ ਹੋਈ। ਬਿਲਕੁਲ। ਔਰ ਕਈ ਲੋਕਾਂ ਨੇ ਉਹਦੀ ਨਿੰਦਾ ਵੀ ਕੀਤੀ ਜੀ, ਕਿਉਂ ਸਰਕਾਰ ਦੇ ਰਹੀ ਹੈ, ਪਰ ਕਈ ਲੋਕਾਂ ਨੇ, ਮੋਸਟ ਆਫ ਦਾ ਜਿਹੜੇ ਜ਼ਿਆਦਾ ਜਿਹੜੀ ਪੋਪੂਲੇਸ਼ਨ ਹੈ, ਉਹਨਾਂ ਨੇ ਵੈਲਕਮ ਕੀਤਾ ਜੀ ਇਸ ਚੀਜ਼ ਨੂੰ ਔਰ ਅਪਲਾਈ ਕਰਕੇ ਆਪਣੇ ਘਰ ਚਲਾਏ। ਪਰ ਹੁਣ ਜਿਹੜੀ ਖਬਰ ਆ ਰਹੀ ਹੈ ਕਿ ਕੈਨੇਡਾ ਰੈਵਨਿਊ ਏਜੰਸੀ ਨੇ ਇੱਕ ਇੰਟਰਨਲ ਇਨਵੈਸਟੀਗੇਸ਼ਨ ਕੀਤੀ ਜੀ ਆਪਣੇ ਡਿਪਾਰਟਮੈਂਟ ਦੇ ਵਿੱਚ ਹੀ, ਔਰ ਉਸ ਦੇ ਵਿੱਚ ਸੈਂਕੜੇ ਹੀ ਕੇਸਿਸ ਉਹਨਾਂ ਦੇ ਸਾਹਮਣੇ ਆਏ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ CRA ਦੇ ਵਿੱਚ ਕੰਮ ਕਰ ਰਹੇ ਨੇ EMPLOYEES, ਉਹਨਾਂ ਨੇ ਨੌਕਰੀ ਕਰਦਿਆਂ ਹੋਇਆਂ ਆਪ ਹੀ CERB ਅਪਲਾਈ ਕੀਤੀ ਔਰ $2,000 ਔਨ ਦਾ ਟੌਪ ਆਫ ਦਾ ਸੈਲਰੀ ਉਹਨਾਂ ਲੈਂਦੇ ਰਹੇ। ਦੇਖੋ, ਜਿਹੜੀ ਕੋਵਿਡ ਦੇ ਦੌਰਾਨ ਜਿਹੜਾ ਆਹ $2,000 ਜੀ ਜਿਹੜੀ ਤੁਸੀਂ ਗੱਲ ਕਰੀ ਆ ਜੀ, ਕੈਨੇਡੀਅਨ ਗਵਰਨਮੈਂਟ ਨੇ ਬਹੁਤ ਸਹਾਇਤਾ ਕਰੀ ਜਿਹੜੇ ਵਰਕਰ ਸੀਗੇ ਉਹਨਾਂ ਨੂੰ, ਵੀ ਤੁਹਾਡਾ ਕੰਮ ਕਿਸੇ ਰੀਜ਼ਨ ਕਰਕੇ ਬੰਦ ਹੋ ਗਿਆ ਜਾਂ ਲੇ ਆਫ ਹੋ ਗਿਆ ਤੁਸੀਂ, ਤਾਂ ਤੁਸੀਂ ਵਰੀ ਨਾ ਕਰੋ, ਤੁਹਾਨੂੰ ਪੈਸੇ ਮਿਲਣਗੇ, ਅਸੀਂ ਹੈਗੇ ਆ। ਨਾਲ ਦੀ ਨਾਲ ਜਿਹੜੀ ਕੈਨੇਡੀਅਨ ਗਵਰਨਮੈਂਟ ਸੀਗੀ, ਉਹਨਾਂ ਨੇ ਬਿਜ਼ਨਸ ਦੀ ਵੀ ਬਹੁਤ ਸਪੋਰਟ ਕਰੀ, ਬਹੁਤ ਜ਼ਿਆਦਾ ਜੀ। ਹਾਂਜੀ ਹਾਂਜੀ ਹਾਂਜੀ, ਬਹੁਤ ਬਿਜ਼ਨਸ ਹੈ ਜਿਨ੍ਹਾਂ ਨੇ $40,000 ਲਿਆ ਗਵਰਨਮੈਂਟ ਜੀ। ਤੇ ਗਵਰਨਮੈਂਟ ਦੀ ਉਹਦੇ ਚ ਇਹ ਸੀਗੀ ਵੀ 10,000 ਤੁਸੀਂ ਵਾਪਸ ਨਹੀਂ ਕਰਨਾ, 30 ਵਾਪਸ ਕਰਨਾ। ਉਹ ਵੀ ਬਹੁਤ ਵੱਡਾ ਜੀ ਬੈਨੀਫਿਟ ਸੀਗਾ ਜਿਹੜਾ EMPLOYER ਸੀ। ਜ਼ਿਆਦਾਤਰ ਤੁਸੀਂ ਕਿਸ ਤੋਂ ਪੈਸੇ ਲੈਣੇ ਹੋ ਜਾਂ ਜੋ ਵੀ ਹੈ, ਤੁਸੀਂ ਸਗੋਂ ਇੰਟਰਸਟ ਦੇ ਨਾਲ ਜ਼ਿਆਦਾ ਵਾਪਸ ਕਰਦੇ ਹੋ, ਤੇ ਸਰਕਾਰ ਨੇ ਕਿਹਾ 10,000 ਘਟਾ ਕੇ ਤੁਸੀਂ ਉਹ ਵੀ ਕਿਸ਼ਤਾਂ ਦੇ ਵਾਪਸ ਕਰ ਸਕਦੇ ਹੋ। ਉਹ ਵੀ ਕਿਸ਼ਤਾਂ 'ਚ ਵਾਪਸ ਕਰ ਸਕਦੇ ਆ ਜੀ। ਹੁਣ ਦੇਖੋ, ਸਰਕਾਰ ਤੁਹਾਨੂੰ ਇੰਨਾ ਕੁਝ ਕਰਦੀ ਹੈ ਜੀ, ਤੇ ਇੰਨਾ ਕੁਝ ਕਰਦੇ ਹੋਏ ਵੀ ਤੁਸੀਂ ਫੇਰ ਵੀ ਗਲਤ ਕੰਮ ਕਰਦੇ ਆ। ਹੁਣ ਜਿਹੜੀ ਇੰਟਰਨਲ ਇਨਵੈਸਟੀਗੇਸ਼ਨ ਦੀ ਤੁਸੀਂ ਗੱਲ ਕਰੀ ਆ, CRA ਨੇ ਜਿਹੜੇ ਉਹਨਾਂ ਦੇ ਆਪ ਦੇ EMPLOYEE ਆ, ਉਹਨਾਂ ਵਾਸਤੇ ਇੰਟਰਨਲ ਇਨਵੈਸਟੀਗੇਸ਼ਨ ਕਰੀ ਆ ਹਜੇ ਤੱਕ। ਤਾਂ ਮੈਨੂੰ ਲੱਗਦਾ ਅੱਗੇ ਜਾ ਕੇ ਇਹਨਾਂ ਨੇ, ਮੈਨੂੰ ਲੱਗਦਾ ਕਿ ਓਪਨ ਫॉर ਆਲ ਉਹ ਵੀ ਹੋਊਗੀ, ਕੀ ਪਤਾ ਹੋਈ ਨਹੀਂ ਹੋਵੇ ਹਜੇ, ਸਾਨੂੰ ਖਬਰ ਉਹ ਨਾਲ ਦੀ ਨਾਲ ਹੋ ਵੀ ਸਕਦੀ ਹੈ। ਤੁਹਾਡੀ ਗੱਲ ਸਹੀ ਆ। ਸੋ ਹੁਣ ਉਹਦੇ ਚ ਇਹਨਾਂ ਨੇ 20 EMPLOYEE ਆ ਜਿਹੜੇ ਕੱਢਤੇ ਜੀ, ਕੱਢਤੇ, ਫਾਇਰ ਕਰਤੇ। ਹਾਂਜੀ ਹਾਂਜੀ। ਹੁਣ ਦੇਖੋ, CRA ਇੱਕ ਇਹੋ ਜਿਹੀ ਏਜੰਸੀ ਹੈ ਜਿਹੜੇ ਉਹਨਾਂ ਦੇ EMPLOYEE ਆ, ਉਹ ਇਹੋ ਜਿਹੇ ਟਰਸਟ ਆ ਉਹਨਾਂ ਤੇ ਜਿਹੜੀ ਗਵਰਨਮੈਂਟ ਆ ਉਹਨੂੰ, ਵੀ ਜਿਹੜੇ ਨਾਗਰਿਕ ਹੈ ਨਾ,
ਕੈਨੇਡਾ ਦੇ, ਜੀ ਉਹਨਾਂ ਦੀ ਦੇਖਭਾਲ ਤੁਸੀਂ ਕਰਨੀ ਹੈ। ਜੀ ਜੀ ਤੇ ਹੁਣ ਜੇ ਦੇਖਭਾਲ ਕਰਨ ਦੀ ਤਾਂ ਤੁਸੀਂ ਆਪ ਹੀ ਇਹੋ ਜਿਹੇ ਕੰਮ ਕਰਦੇ ਆ ਤੇ ਤੁਸੀਂ ਦੇਖਭਾਲ ਕੀ ਕਰੋਗੇ? ਸੋ ਇਸ ਟਾਈਮ ਉਹਨਾਂ ਦਾ ਕਹਿਣਾ ਹੈ ਕਿ 600 ਜਿਹੜੇ EMPLOYEES ਨੇ ਉਹਨਾਂ ਦੇ ਉੱਪਰ ਆਲਮੋਸਟ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹ ਤਾਂ 1% ਤੋਂ ਵੀ ਘੱਟ ਹੈ ਜਿਹੜੀ ਪੂਰੀ ਟੋਟਲ ਵਰਕਫੋਰਸ ਆ ਉਹਨਾਂ ਦੀ। ਰਾਈਟ ਨਾਓ 60,000 ਤੋਂ ਵੀ ਜ਼ਿਆਦਾ ਜਿਹੜੇ ਲੋਕ ਨੇ ਉਹ CRA ਦੇ ਵਿੱਚ ਕੰਮ ਕਰ ਰਹੇ ਨੇ, ਭਾਵੇਂ ਆਨਲਾਈਨ ਹੋਵੇ ਭਾਵੇਂ ਜਿਹੜਾ ਮਰਜ਼ੀ ਡਿਪਾਰਟਮੈਂਟ ਹੋਵੇ। ਤੇ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੀ ਇਨਵੈਸਟੀਗੇਸ਼ਨ ਹਜੇ ਤਾਂ ਸਿਰਫ ਸ਼ੁਰੂਆਤ ਹੈ ਤੇ 20 ਬੰਦੇ ਅਸੀਂ ਕੱਢਦੇ ਨੇ, ਹੁਣ ਸੈਂਕੜੇ ਜਿਹੜੇ ਹੋਰ ਲੋਕ ਨੇ ਉਹਨਾਂ ਦੇ ਉੱਪਰ ਇਨਵੈਸਟੀਗੇਸ਼ਨ ਚੱਲੇਗੀ। ਪਰ ਨਾਲ ਹੀ ਉਹਨਾਂ ਨੇ ਆਪਣੇ EMPLOYEES ਨੂੰ ਇਹ ਕਿਹਾ ਕਿ ਉਹ ਬਹੁਤ ਪ੍ਰਾਊਡ ਨੇ ਜੀ, ਐਸੀ ਗੱਲ ਨਹੀਂ ਹੈ। ਤੇ ਉਹ ਜਿਹੜੇ ਹੁਣ ਡਿਫਾਲਟਰ ਹੋਣਗੇ ਉਹਨਾਂ ਨੂੰ ਤਾਂ ਸਜ਼ਾ ਮਿਲੂਗੀ ਹੀ। ਹਾਂ ਬਿਲਕੁਲ, ਸਜ਼ਾ ਮਤਲਬ ਕੱਢ ਦੇਣਗੇ, ਹੋਰ ਕੀ ਨਹੀਂ ਫਾਈਨ ਫੂਨ ਵੀ ਕਰਨਗੇ, ਉਹਦੀ ਜਿਹੜੀ ਆ ਦੇਖੋ ਪੇਮੈਂਟ ਵੀ ਲੈਣਗੇ ਵਾਪਸ। ਐਂਡ ਉਹਨਾਂ ਨੇ ਵੋਲੰਟੀਅਰਲੀ ਵੀ ਕਿਹਾ, CRA ਨੇ ਵੋਲੰਟੀਅਰਲੀ ਵੀ ਕਿਹਾ ਵੀ ਜੇ ਤੁਸੀਂ ਗਲਤੀ ਨਾਲ, ਮੈਂ CRA ਦੇ EMPLOYEES ਦੀ ਗੱਲ ਨਹੀਂ ਕਰਦਾ, ਮੈਂ ਜਨਰਲ ਗੱਲ ਕਰਦਾ, ਵੀ ਜੇ ਤੁਸੀਂ ਗਲਤੀ ਨਾਲ ਪੈਸੇ ਲੈ ਲਿਆ ਵੋਲੰਟੀਅਰਲੀ ਤੁਸੀਂ ਵਾਪਸ ਕਰ ਸਕਦੇ। ਜੀ 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 ਸੋ ਬਹੁਤ ਵੱਡੀ ਗੱਲ ਹੈ। ਪਰ ਇਹ ਜਿਹੜਾ ਕਹਿ ਲਓ ਕਿ ਇਦਾਂ ਦੇ ਕੰਮ ਕਰਨਾ ਮੈਨੂੰ ਲੱਗਦਾ ਬਹੁਤ ਗਲਤ ਗੱਲ ਹੈ, ਕਿਉਂਕਿ ਉਸ ਟਾਈਮ ਉਹ ਲੋੜ, ਜਿਨ੍ਹਾਂ ਨੂੰ ਲੋੜ ਸੀਗੀ ਉਹਨਾਂ ਲਈ ਇਹ ਜਿਹੜਾ ਫੰਡ ਸੀਗਾ, ਜਾਂ ਅਸੀਂ ਕਹਿੰਦੇ ਕੈਨੇਡਾ ਐਮਰਜੈਂਸੀ ਰਿਸਪੌਂਸ ਬੈਨੀਫਿਟ ਜਿਹਨੂੰ ਆਪਾਂ ਸਰਬ ਕਹਿ ਦਿੰਦੇ ਆ, ਉਹ ਸੀਗਾ। ਪਰ ਇਹਨਾਂ ਨੇ ਆਪ ਹੀ ਉਹਦੇ ਵਿੱਚੋਂ ਕਈ ਇਦਾਂ ਦੇ ਲੋਕ ਨੇ ਜਿਨ੍ਹਾਂ ਨੇ ਅਪਲਾਈ ਕਰਕੇ ਦੋ, ਕਿਉਂਕਿ ਉਸ ਟਾਈਮ ਕੋਈ ਜ਼ਿਆਦਾ ਇਨਵੈਸਟੀਗੇਸ਼ਨ ਜਾਂ ਕੋਈ ਇਦਾਂ ਦਾ ਨਹੀਂ ਹੁੰਦੀ ਸੀ। ਤੁਸੀਂ ਅਪਲਾਈ ਕਰੋ ਸਿੱਧਾ ਹੀ, ਉਦੋਂ ਤਾਂ ਉਹਨਾਂ ਨੇ ਫਟਾਫਟ ਵੀ ਤੁਸੀਂ ਅਪਲਾਈ ਕਰੋ ਤੇ ਤੁਹਾਨੂੰ ਫਟਾਫਟ ਪੈਸੇ ਜੀ ਜੀ ਮਿਲਣਗੇ। ਉਹ ਸਰਵਿਸ ਬਹੁਤ ਵਧੀਆ ਸੀ, ਬਹੁਤ ਵਧੀਆ। ਦੇਖੋ ਜਿਹਨੇ ਵੀ ਅਪਲਾਈ ਕਰਿਆ ਉਹਨੂੰ ਪੈਸੇ ਮਿਲ ਗਏ। ਜੀ 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 ਬਿਕੋਜ਼ ਉਸ ਟਾਈਮ ਤੇ ਨਾ ਸ਼ਵੀ ਜੀ, ਇਹ ਟਾਈਮ ਨਹੀਂ ਸੀ ਵੀ ਅਸੀਂ ਪਹਿਲਾਂ ਇਹਦੀ ਇਨਵੈਸਟੀਗੇਸ਼ਨ ਕਰੀਏ, ਪਹਿਲਾਂ ਇਹਨੂੰ ਦੇਖੀਏ ਵੀ ਇਹ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ। ਰਾਈਟ, ਉਹ ਜਿਹੜੀ ਗਵਰਨਮੈਂਟ ਦਾ ਮੇਨ ਇਸ਼ੂ ਇਹ ਸੀ ਵੀ ਪੈਸੇ ਦਿਓ। ਤੁਸੀਂ ਭਾਜੀ ਇਹ ਦੇਖੋ, ਸਤੰਬਰ 2020 ਦੇ ਵਿੱਚ ਉਹਨਾਂ ਨੇ ਖਤਮ ਕਰ ਦਿੱਤਾ ਸੀ ਜੀ। ਤੇ ਹੁਣ ਜਿਹੜਾ CRA ਨੇ ਕਿਹਾ ਹੈ ਕਿ ਕਈ ਲੋਕਾਂ ਨੂੰ ਉਹਨਾਂ ਨੇ ਹੁਣ ਵੀ ਕਿਹਾ ਕਿ ਵਾਪਸ ਕਰਨੇ ਪੈਣੇ ਨੇ ਕਈ ਬੈਨੀਫਿਟਸ। COVID-19 ਇਕੱਲਾ ਸਰਵ ਨਹੀਂ, ਹੋਰ ਵੀ ਕਈ ਬੈਨੀਫਿਟ ਸੀਗੇ, ਜਿਸ ਦੀ ਜੇ ਟੋਟਲ ਅਮਾਊਂਟ ਅਸੀਂ ਦੇਖੀਏ ਤਾਂ $4.2 ਬਿਲੀਅਨ ਹੁਣ ਤੱਕ ਦੇ ਬਣਦੇ ਨੇ। ਸੋ ਤੁਸੀਂ ਇਹ ਦੇਖੋ ਕਿ ਇੱਕ ਤਾਂ ਸਰਕਾਰ ਨੇ ਤੁਹਾਡੀ ਹੈਲਪ ਕੀਤੀ, ਇੱਕ ਸਰਕਾਰ ਨੇ ਆਊਟ ਆਫ ਦਾ ਵੇ ਜਾ ਕੇ, ਜੇ ਤੁਸੀਂ ਹਸਬੈਂਡ ਵਾਈਫ ਤੁਹਾਨੂੰ 4-4 ਹਜ਼ਾਰ ਪਰ ਮੰਥ ਤੁਹਾਨੂੰ ਦਿੱਤਾ, ਤੇ ਉਸ ਤੋਂ ਬਾਅਦ ਮੈਨੂੰ ਲੱਗਦਾ ਨਹੀਂ ਕਿ ਸਰਕਾਰ ਦੇ ਨਾਲ ਕੋਈ ਏਦਾਂ ਦੀ ਗੱਲ ਨਹੀਂ। ਜੇ ਆਪਾਂ ਥੋੜਾ ਜਿਹਾ ਹੋਰ ਦੇਖੀਏ ਨਾ ਸ਼ਵੀ ਜੀ, ਕਈ ਪਰਿਵਾਰ ਇਹ ਜਿਹੇ ਆ ਜਿਹੜੇ ਹਸਬੈਂਡ ਵਾਈਫ ਵੀ ਕੰਮ ਕਰਦੇ ਆ ਜੀ, ਉਹਨਾਂ ਦੇ 1 ਜਾਂ 2 ਬੱਚੇ ਵੀ ਕੰਮ ਕਰਦੇ ਆ। ਸੋ ਜਿਹੜੀ ਤੁਸੀਂ 4 ਦੀ ਗੱਲ ਕਰੀ ਆ, ਉਹ ਤਾਂ ਜੇ ਕਿਸੇ ਦੇ 4 ਆ ਤਾਂ $8,000 ਇਨਕਮ ਮਹੀਨੇ ਦੀ ਹੋਗੀ ਉਹਨਾਂ ਨੂੰ। ਹਾਂ, ਕਈ ਲੋਕ ਕਹਿੰਦੇ ਨੇ ਗੱਡੀਆਂ ਬਹੁਤ ਵਿਕੀਆਂ ਉਸ ਟਾਈਮ ਤੇ ਹੋਰ ਲੋਕ। ਤੇ ਇਹ ਵੀ ਇੱਕ ਅੱਡ ਜਾ ਕਿੱਸਾ ਜੀ, ਜ਼ਰੂਰ ਤੁਹਾਨੂੰ ਕਿਸੇ ਦਿਨ ਇਹਦੇ ਉੱਪਰ ਵੀ ਤੁਹਾਨੂੰ ਰੋਸ਼ਨੀ ਪਾ ਕੇ ਗੱਲਬਾਤ ਕਰਾਂਗੇ ਭਾਜੀ। ਬਿਲਕੁਲ। ਸੋ ਮੈਨੂੰ ਲੱਗਦਾ ਕਿ ਜਿਹੜੀ ਇਨਵੈਸਟੀਗੇਸ਼ਨ ਉਹ ਚੱਲ ਰਹੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖ ਸਕਦੇ 20 ਨਹੀਂ ਰਹਿਣਗੇ, ਹੋ ਸਕਦਾ ਕਿ ਹੋਰ ਵੱਧ ਜਾਣ, ਔਰ ਨਾ ਹੀ ਵਧਣ ਦਾ ਚੰਗੀ ਗੱਲ ਹੈ। ਸੋ ਦੈਟ ਕਿ ਸਾਡਾ ਜਿਹੜਾ ਟਰਸਟ ਹੈ ਔਰ CRA ਦਾ ਆਪਣਾ ਟਰਸਟ ਹੈ ਆਪਣੇ EMPLOYEES ਤੇ ਉਹ ਬਣਿਆ ਰਹੇ। ਬਿਲਕੁਲ। ਤੇ ਭਾਜੀ ਜਿਹੜਾ ਇੱਕ ਫਲਾਈਟ ਬਹੁਤ ਮੰਦਭਾਗੀ ਖਬਰ ਆਈ ਸੀਗੀ ਜੀ, ਜਿੱਥੇ ਕ੍ਰੈਸ਼ ਹੋਈ ਸੀਗੀ ਫਲਾਈਟ, ਜਿਸਨੇ ਉਡਾਨ ਭਰੀ ਸੀਗੀ ਜੀ ਤਹਿਰਾਨ ਤੋਂ, ਔਰ ਯੂਕਰੇਨ ਦੀ ਜਿਹੜੀ ਕੈਪੀਟਲ ਹੈ ਕਿਵ, ਸ਼ਾਇਦ ਜੇ ਮੈਂ ਪ੍ਰੋਨਾਉਂਸ ਠੀਕ ਕਰ ਰਿਹਾ, ਔਰ ਉਸ ਨੂੰ ਮਿਜ਼ਾਈਲ ਮਾਰ ਕੇ ਥੱਲੇ ਡੇਗ ਦਿੱਤਾ ਗਿਆ ਸੀ, ਔਰ ਜਿਸ ਦੇ ਵਿੱਚ ਕਈ ਪੈਸੇਂਜਰਸ ਜਿਹੜੇ ਨੇ 176 ਪੈਸੇਂਜਰਸ ਔਰ ਕਰੂ ਬੋਰਡ ਸਵਾਰ ਸੀਗੇ। ਦੇਖੋ ਇਹ ਗੱਲ ਹੈਗੀ ਆ 8 ਜਨਵਰੀ 2020 ਦੀ ਜੀ, ਜਦੋਂ ਫਲਾਈਟ ਉੱਡਦੀ ਹੈ ਨਾ, ਉੱਡਣ ਸਾਰੀ ਕੁਝ ਮਿੰਟਾਂ ਦੇ ਵਿੱਚ ਉਹ ਡਿੱਗਦੀ ਜੀ। ਆਪਾਂ ਅੱਗੇ ਵੀ ਗੱਲ ਕਰੀ ਆ ਵੀ ਜਿਹੜੇ ਹਵਾਈ ਜਹਾਜ਼ ਹੈ ਨਾ ਜੀ, ਸਭ ਤੋਂ ਟਰੈਵਲ ਕਰਨ ਦਾ ਸਭ ਤੋਂ ਸੇਫ, ਇਹ ਬਹੁਤ ਘੱਟ ਐਕਸੀਡੈਂਟ ਹੁੰਦੇ ਆ। ਐਂਡ ਐਕਸੀਡੈਂਟ ਜੇ ਹੁੰਦੇ ਆ ਨਾ, ਜਿਹੜੇ ਵੀ ਹੁੰਦੇ ਆ, ਉਹ ਜਾਂ ਤਾਂ ਕਰੇ ਜਾਂਦੇ ਆ ਜਿਹਦੀ ਆਪਾਂ ਗੱਲ ਹੁਣ ਕਰ ਰਹੇ ਆ ਜੀ, ਤੇ ਜਾਂ ਕੋਈ ਜਿਹੜਾ ਕਿਸੇ ਦੀ ਗਲਤੀ ਨਾ ਹੁੰਦੇ ਆ ਜੀ। ਰਾਈਟ, ਹੁਣ ਇਹ ਜਿਹੜੀ ਫਲਾਈਟ ਸੀਗੀ ਜੀ, ਫਲਾਈਟ ਸੀਗੀ ਇਹ 752 ਜੀ, ਰਾਈਟ, PS 752। ਹੁਣ ਇਹ ਫਲਾਈਟ ਦੇ ਵਿੱਚ ਤੁਸੀਂ ਗੱਲ ਕਰੀਏ 156 ਸੀਗੇ, 176 ਹਾਂਜੀ, ਉਹ 176 ਦੇ ਵਿੱਚੋਂ ਜੀ
ਜੇ ਆਪਾਂ ਦੇਖੀਏ ਜੀ ਤਾਂ 55 ਕੈਨੇਡੀਅਨ ਸਿਟੀਜ਼ਨ ਸੀ ਅੱਛਾ ਜੀ ਤੇ 30 ਜਿਹੜੇ ਪਰਮਾਨੈਂਟ ਰੈਜ਼ੀਡੈਂਟ ਸੀ ਕੈਨੇਡਾ ਦੇ। ਸੋ 85 ਹੋ ਗਏ 85 ਕੈਨੇਡਾ ਦੇ ਕੈਨੇਡੀਅਨ ਸੀਗੇ ਇਕੱਲੇ ਹਾਂਜੀ ਜਿਹੜੇ ਉਹਦੇ ਚ ਮਾਰੇ ਗਏ। ਜੀ ਸੋ ਹੁਣ ਜਿਹੜੇ ਅੱਜ ਜਦੋਂ ਹੁਣ ਜਿਹੜੀ ਪਿਛਲੇ ਵੀਕ ਦੀ ਗੱਲ ਹੈ ਉਹ ਇਹ ਹੈ ਵੀ ਜਿਹੜੀ ਕੈਨੇਡਾ ਤਾਂ ਜਾਂ ਜਿਹੜੇ ਲੋਕ ਉਹਦੇ ਚ ਮਾਰੇ ਗਏ ਜੀ ਉਹ ਜਿਹੜਾ ਕੋਰਟ ਚ ਲੈ ਕੇ ਗਏ ਵੇ ਆ ਜੀ ਤੇ ਉਹ ਆਪਦਾ ਇਨਸਾਫ ਮੰਗ ਰਹੇ ਆ ਜੀ ਵੀ ਜਿਹੜੇ ਬੰਦੇ ਮਾਰੇ ਗਏ ਉੱਥੇ ਵੀ ਉਹਨਾਂ ਦਾ ਤਾਂ ਕੋਈ ਕਸੂਰ ਨਹੀਂ ਸੀ। ਜੀ ਜੀ ਬਿਲਕੁਲ ਸਹੀ ਗੱਲ ਹੈ ਜੀ। ਸੋ ਇਹ ਇੰਟਰਨੈਸ਼ਨਲ ਕੋਰਟ ਦੇ ਵਿੱਚ ਮਸਲਾ ਗਿਆ ਵਿਆ। ਹੁਣ ਇਹ ਕਿੱਥੇ ਜਾਂਦਾ ਕੀ ਹੁੰਦਾ ਉਹ ਤਾਂ ਅੱਗੇ ਆਪਾਂ ਖਬਰਾਂ 'ਚ ਫੇਰ ਜੀ ਬਿਲਕੁਲ ਕਰਾਂਗੇ ਜੀ। ਈਰਾਨ ਨੇ ਜਿਹੜੀ ਡੈਡਲਾਈਨ ਸੀਗੀ ਇਸ ਇਨਵੈਸਟੀਗੇਸ਼ਨ ਦੀ ਇਸ ਨੂੰ ਮਿਸ ਕਰ ਦਿੱਤਾ ਔਰ ਕੈਨੇਡਾ ਤੇ ਜਿਹੜੇ ਹੋਰ ਅਲਾਈਜ਼ ਨੇ ਉਹ ਹੁਣ ਵਰਲਡ ਕੋਰਟ 'ਚ ਜਾ ਰਹੇ ਨੇ ਜੀ ਔਰ ਉਹਨਾਂ ਨੇ ਕਿਹਾ ਕਿ ਇਸ ਦਾ ਜਿਹੜਾ ਜਸਟਿਸ ਹੈ ਜਿਹੜੇ ਕਿ 176 ਪੈਸੇਂਜਰਸ ਆ ਕਰੂ ਬੋਰਡ ਜਿਹੜੇ ਨੇ ਉਹ ਜਿਹੜੇ ਉਹਦੇ 'ਚ ਮਾਰੇ ਗਏ ਮੌਤ ਹੋ ਗਈ ਸੀ ਮਾਰੇ ਗਏ ਨੇ ਉਹਨਾਂ ਦੀ ਅਕਾਊਂਟੇਬਲ ਕੌਣ ਹੈ ਜੀ ਉਹਨਾਂ ਦੀ ਜਿਹੜੀ ਮੌਤ ਦਾ ਕਾਰਨ ਜਾਂ ਮੌਤ ਦਾ ਜਿਹੜਾ ਜਸਟਿਸ ਹੈ ਉਹ ਕੌਣ ਕਰੇਗਾ ਔਰ ਈਰਾਨ ਨੂੰ ਉਹਨਾਂ ਨੇ ਅਕਾਊਂਟੇਬਲ ਮੰਨਿਆ ਹੈ ਆਫ ਕੋਰਸ ਜਿਹੜਾ ਮਿਜ਼ਾਈਲ ਸਟ੍ਰਾਈਕ ਤੇ ਔਰ ਇਦਾਂ ਦੀ ਜਿਹੜੀ ਚੀਜ਼ ਹੈ ਉਹਨਾਂ ਨੇ ਕਿਹਾ ਕਿ ਨਹੀਂ ਹੋਣੀ ਚਾਹੀਦੀ ਸੀਗੀ। ਉਹ ਫਲਾਈਟ ਜਿਹੜੀ ਯੂਕਰੇਨ ਜਾ ਰਹੀ ਸੀ ਜਿਵੇਂ ਅਸੀਂ ਜ਼ਿਕਰ ਕੀਤਾ ਤੇ ਉਹਨਾਂ ਦੀ ਜਿਹੜੀ ਜ਼ਿੰਦਗੀ ਦਾ ਅਕਾਊਂਟੇਬਲ ਜਿਹੜੇ 85 ਕੈਨੇਡੀਅਨਸ ਨੇ ਹੋਰ ਜਿਹੜੇ 190 ਜਿਹੜੇ ਹੋਰ ਆਲਮੋਸਟ ਜਿਹੜੇ ਲੋਕ ਉੱਤੇ ਬੋਰਡ ਕੀਤਾ ਸੀ ਉਹਨਾਂ ਦਾ ਜਸਟਿਸ ਕਦੋਂ ਔਰ ਕਿੱਥੋਂ ਔਰ ਕਿਵੇਂ ਮਿਲੂਗਾ ਇਹ ਕੈਨੇਡੀਅਨਸ ਵੱਲੋਂ ਜਿਹੜੀ ਹੈ ਪਹਿਲ ਕੀਤੀ ਗਈ ਹੈ ਔਰ ਈਰਾਨ ਨੂੰ ਇਹ ਪੁੱਛਿਆ ਗਿਆ ਜੀ। ਬਿਲਕੁਲ ਜੀ ਇਹ ਬਹੁਤ ਸੀਰੀਅਸ ਹੈ ਜੀ। ਜਿਨ੍ਹਾਂ ਨੇ ਉਹਨਾਂ ਨੂੰ ਦੋ ਜਾਣੇ ਸੀਗੇ ਉਹ ਜਿਨ੍ਹਾਂ ਨੇ ਉਹ ਮਿਸਾਈਲ ਮਾਰ ਕੇ ਸਿੱਟਿਆ ਪਲੇਨ ਜੀ ਔਰ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਉਹਨਾਂ ਨੇ ਜਵਾਬ ਦਿੱਤਾ ਸੀਗਾ ਯੂਐਸ ਨੂੰ ਜਿਹੜਾ ਕਿ ਉਹਨਾਂ ਨੇ ਇੱਕ ਅਸੈਸੀਨੇਸ਼ਨ ਕੀਤੀ ਸੀ ਜੀ ਕਾਸਿਮ ਸੁਲੇਮਾਨੀ ਔਰ ਉਸ ਤੋਂ ਬਾਅਦ ਉਹਨਾਂ ਦਾ ਇੱਕ ਤਰ੍ਹਾਂ ਤੋਂ ਜਵਾਬ ਸੀ ਜਾਂ ਜੋ ਵੀ ਸੀ ਔਰ ਇਹ ਜਿਹੜੀ ਮਿਜ਼ਾਈਲ ਹੈ ਉਹ ਜਿਹੜੀ ਹੈ ਮਾਰੀ ਗਈ ਸੀਗੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕਾਰਪਸ ਜਿਹਨੂੰ IRGC ਵੀ ਕਿਹਾ ਜਾਂਦਾ ਹੈ ਸ਼ਾਰਟਲੀ ਆਫਟਰ ਦਾ ਟੇਕ ਆਫ ਯਾਨੀ ਟੇਕ ਆਫ ਹੋਈ ਵੀ ਸੀ। ਸੋ ਇਹ ਬੜੀ ਹੀ ਮੰਦਭਾਗੀ ਖਬਰ ਹੈ। ਜਦੋਂ ਵੀ ਅਸੀਂ ਇਸਦਾ ਬਾਰ-ਬਾਰ ਅਸੀਂ ਸੁਣਦੇ ਹਾਂ ਤੇ ਸਾਨੂੰ ਵੀ ਬਹੁਤ ਸਾਡਾ ਵੀ ਮਨ ਭਰ ਆਉਂਦਾ ਜੀ ਔਰ ਸਾਰੇ ਹੀ ਜਿਹੜੇ ਪਰਿਵਾਰ ਦੇ ਨਾਲ ਅਸੀਂ ਸਾਡੀ ਦੁਆਵਾਂ ਜਿਹੜੀਆਂ ਹੈਗੀਆਂ ਨੇ। ਬਿਲਕੁਲ ਭਾਜੀ ਅਗਲੀ ਖਬਰ ਵੱਲ ਚੱਲਦੇ ਹਾਂ ਜਿੱਥੇ ਕਿ BC ਪੋਰਟਸ ਦੇ ਵਿੱਚ ਯਾਨੀ ਕਿ ਬ੍ਰਿਟਿਸ਼ ਕੋਲੰਬੀਆ ਦੇ ਪੋਰਟਸ ਤੇ ਜਿਹੜੀ ਸਟ੍ਰਾਈਕ ਉਹ ਹੋ ਗਈ ਹੈ ਔਰ ਉਹਦੇ ਕਰਕੇ ਕਾਫੀ ਜਿਹੜਾ ਹੈ ਨੁਕਸਾਨ ਕੈਨੇਡੀਅਨ ਇਕਨੋਮੀ ਨੂੰ ਹੋ ਸਕਦਾ ਹੈ ਔਰ ਹੋ ਵੀ ਰਿਹਾ ਹੈ ਐਕਸਪਰਟ ਨੇ ਕਿਹਾ ਹੈ ਜੀ। ਦੇਖੋ ਜਿਹੜੀ ਇਕਨੋਮੀ ਹੈ ਨਾ ਜੀ ਜਿਹੜਾ ਜੋ ਸਮਾਨ ਇੰਪੋਰਟ ਹੁੰਦਾ ਜੀ ਜਾਂ ਐਕਸਪੋਰਟ ਹੁੰਦਾ ਕੈਨੇਡਾ ਤੋਂ ਜੀ ਬਹੁਤ ਵੱਡਾ ਹਿੱਸਾ ਜਿਹੜਾ ਇਕਨੋਮੀ ਦਾ ਉਹਦੇ ਤੇ ਨਿਰਭਰ ਕਰਦਾ ਹੈ ਜੀ ਬਿਕਾਜ਼ ਦੇਖੋ ਜੇ ਚੀਜ਼ ਜਾਊਗੀ ਬਾਹਰ ਜੀ ਤਾਂ ਜਿਹੜੇ ਇੱਥੇ ਬਿਜ਼ਨਸ ਆ ਜਾਂ ਮੈਨੂਫੈਕਚਰਰ ਆ ਜਾਂ ਜੋ ਆਪਦੀ ਫੈਕਟਰੀਆਂ ਬਣਾਉਂਦੇ ਕੁਛ ਉਹ ਜਾਊਗਾ ਕੁਛ ਆਊਗਾ ਸਮਾਨ ਤੇ ਹੁਣ ਜੇ ਜਿਹੜੀ ਸਟ੍ਰਾਈਕ ਹੈ ਉਹ ਜੇ ਹੁੰਦੀ ਹੈ ਜੀ ਤੇ ਉਹ ਸਟ੍ਰਾਈਕ ਜੇ ਹੋ ਜਾਂਦੀ ਆ ਉਹਦੇ ਨਾਲ ਜਿਹੜਾ ਜੋ ਆਉਣ ਵਾਲਾ ਸਮਾਨ ਹੈ ਜਿਹੜਾ ਡਿਸਟ੍ਰੀਬਿਊਟ ਹੋਣਾ ਜੀ ਉਹਦੇ ਚ ਦੇਖੋ ਡਿਸਟ੍ਰੀਬਿਊਸ਼ਨ ਚ ਟਰੱਕਿੰਗ ਵੀ ਇਨਵੋਲਵ ਹੈ ਜੀ ਡਿਸਟ੍ਰੀਬਿਊਸ਼ਨ ਚ ਜਿਹੜੇ ਉੱਥੇ ਕੰਮ ਕਰਦੇ ਆ ਪੋਰਟ ਦੇ ਉੱਤੇ ਜੀ 7400 ਟਰਮੀਨਲ ਕਾਰਗੋ ਲੋਡਰਸ ਨੇ ਜੀ। ਹਾਂ ਬਿਲਕੁਲ ਉਹ ਵੀ ਇਫੈਕਟ ਉਹ ਬੰਦ ਹੋ ਜਾਣਾ ਬਿਲਕੁਲ ਉਹਦੇ ਨਾਲ ਟਰੱਕਿੰਗ ਬੰਦ ਹੋ ਗਈ ਜੀ। ਟਰੱਕਿੰਗ ਬੰਦ ਹੋਣ ਨਾਲ ਜਿੱਥੇ ਜਿਹੜੀਆਂ ਫੈਕਟਰੀਆਂ ਉਹ ਬੰਦ ਹੋ ਗਈਆਂ ਬਿਕਾਜ਼ ਉਹਨਾਂ ਕੋਲੇ ਜਦੋਂ ਮਟੀਰੀਅਲ ਤਾਂ ਪਹੁੰਚਿਆ ਨਹੀਂ ਜੀ। ਸੋ ਇਹ ਸਾਰਾ ਕੁਝ ਇਫੈਕਟ ਕਰਦਾ ਜੇ ਸਟ੍ਰਾਈਕ ਹੋ ਜਾਂਦੀ ਜੀ। ਯੂਨੀਅਨ ਨੇ ਕਿਹਾ ਕਿ ਬੈਟਰ ਕੰਪਨਸੇਸ਼ਨ ਉਹਨਾਂ ਨੂੰ ਦਿੱਤਾ ਜਾਵੇ ਬਿਕਾਜ਼ ਆਫ ਹਾਈ ਇਨਫਲੇਸ਼ਨ ਤੇ ਉਹਦੇ ਕਰਕੇ ਉਹਨਾਂ ਨੇ ਸਟ੍ਰਾਈਕ ਦੇਣ ਦਾ ਜਿਹੜਾ ਹੈ ਇੱਕ ਰਿਕੁਐਸਟ ਜਿਹੜੀ ਉਹ ਪਾਈ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਇਹਨੂੰ ਜਿਹੜੀ ਤਨਖਾਹਾਂ ਨੇ ਉਹ ਵਧਾਈਆਂ ਜਾਣ ਤੇ ਉਸ ਤੋਂ ਬਾਅਦ ਹੀ ਉਹ ਕੀ ਕਹਿੰਦੇ ਨੇ ਉਹ ਕੰਮ ਕਰਨਗੇ। ਪਰ ਭਾਜੀ ਇਹ ਹੁਣ ਕਈ ਡਿਪਾਰਟਮੈਂਟਸ ਦੇ ਵਿੱਚ ਸ਼ੁਰੂ ਹੋ ਗਿਆ ਜਿਹੜੀ ਇਨਫਲੇਸ਼ਨ ਹੈ ਉਹੀ ਜਿਹੜਾ ਮੇਨ ਕਾਰਨ ਹੈ ਹਰ ਚੀਜ਼ ਦਾ ਜਿਹੜੇ ਇੱਕ ਆਮ ਆਦਮੀ ਦੀ ਜਿਹੜੀ ਪਾਕਟ ਤੇ ਇਫੈਕਟ ਹੋ ਰਿਹਾ ਹੈ। ਜਿੱਥੇ $1 ਖਰਚ ਹੁੰਦਾ ਸੀ ਉੱਥੇ
ਆਲਮੋਸਟ $3 ਖਰਚ ਹੋਣ ਲੱਗੇ, ਇਕੱਲੇ ਪ੍ਰਾਪਰਟੀ ਦੇ ਪ੍ਰਾਈਸ ਹੀ ਨਹੀਂ, ਹਰ ਬਿਲਕੁਲ ਚੀਜ਼ ਦੇ, ਹਾਂ ਭਾਵੇਂ ਇੱਕ ਨਾਰਮਲ ਕਾਫੀ ਦੇ ਹੋਵੇ, ਭਾਵੇਂ ਬਿਲਕੁਲ। ਇੱਕ ਸੈਂਡਵਿਚ ਦੇ ਪ੍ਰਾਈਸਿਸ ਹੋਣ, ਜਾਂ ਫਿਰ ਕਿਸੇ ਵੀ ਚੀਜ਼ ਦਾ। ਤੇ ਅਸੀਂ ਇੱਕ ਕੰਬੋ ਲੈਣ ਜਿੱਥੇ ਜਾਂਦੇ ਸੀਗੇ, ਇੱਕ ਨਾਰਮਲ ਕਹਿ ਲਓ ਕਿ ਈਟਿੰਗ ਜੁਆਇੰਟ ਤੋਂ, ਜਿਹੜਾ ਕਿ $7-8 ਅੰਡਰ $10 ਆ ਜਾਂਦਾ ਸੀ, ਉਹ ਕਿਤੇ 12-13-14 ਨਹੀਂ ਜੀ, ਜੇ ਤੁਸੀਂ 5-7 ਸਾਲ ਪਿੱਛੇ ਚਲੇ $7-8 ਚ ਆਮ ਵਧੀਆ ਤੁਸੀਂ ਮੈਕਡੋਨਲਡ ਜਾਂ ਕੰਟਕੀ ਫਰਾਈਡ ਚਿਕਨ ਜਾਂ ਜਿਹੜੇ ਫਾਸਟ ਫੂਡਸ ਹੈਗੇ ਆ, ਉੱਥੇ ਜਾ ਕੇ ਤੁਸੀਂ $7-8 ਦਾ ਵਧੀਆ ਤੁਹਾਨੂੰ ਮੀਲ ਮਿਲ ਜਾਂਦੀ ਸੀ। ਪਰ ਅੱਜ ਦੀ ਜੇ ਆਪਾਂ ਪ੍ਰਾਈਸ ਦੀ ਗੱਲ ਕਰਦੇ ਤਾਂ 15-14 ਤੋਂ ਲੈ ਕੇ $16-17 ਤੱਕ ਜਾਂਦਾ ਉਹ। ਜੀ ਜੀ ਬਿਲਕੁਲ। ਹੁਣ ਦੇਖੋ ਕਿੰਨਾ ਵੱਧ ਗਿਆ, ਬਹੁਤ ਜ਼ਿਆਦਾ ਜੀ। ਤੇ ਜਿਹੜੀਆਂ ਇਹ ਕੋਈ ਵੀ ਹੈਗੀਆਂ ਯੂਨੀਅਨਸ, ਜਦੋਂ ਕੰਟਰੈਕਟ ਹੋ ਜਾਂਦਾ 4-5 ਸਾਲ ਦਾ ਤਾਂ ਹੁੰਦਾ ਜੀ, ਉਹ ਜਿਹੜੀਆਂ ਵੇਜਸ ਆ ਉਹ ਉੱਥੇ ਖੜੀਆਂ ਜੀ। ਬਿਲਕੁਲ। ਸੋ ਆਪਾਂ ਜਿਹੜੇ ਸਟ੍ਰਾਈਕ ਜੇ ਇਹ ਕਰਨਗੇ ਤਾਂ ਆਪਾਂ ਇਹਨਾਂ ਨੂੰ ਵੀ ਬਲੇਮ ਨਹੀਂ ਕਰ ਸਕਦੇ ਜੀ। ਬਿਲਕੁਲ। 30 ਤੋਂ ਜ਼ਿਆਦਾ ਜਿਹੜੇ ਨੇ ਬ੍ਰਿਟਿਸ਼ ਕੋਲੰਬੀਆ ਦੇ ਪੋਰਟਸ ਔਰ ਆਲਮੋਸਟ 50 ਜਿਹੜੇ EMPLOYERS ਨੇ ਵਾਟਰ ਫਰੰਟ ਤੇ, ਉਹ ਇਸ ਦੇ ਨਾਲ ਕਾਫੀ ਇਫੈਕਟ ਹੋਣਗੇ, ਔਰ ਉਹਨਾਂ ਦੇ ਕਿੰਨੇ ਹੀ ਸੈਂਕੜੇ ਜਿਹੜੇ ਨੇ EMPLOYERS ਬਿਲਕੁਲ ਉਹ ਵੀ ਇਫੈਕਟ ਹੋਣਗੇ। ਤੇ ਨਾਲੇ ਨਾਲ ਦੀ ਨਾਲ ਦੇਖੋ ਜਿਹੜਾ ਹੈ ਨਾ ਸ਼ਿਪਿੰਗ ਕਾਸਟ ਹੈ ਭਾਜੀ, $800 ਮਿਲੀਅਨ ਤੋਂ ਵੱਧ ਦੇ ਜਿਹੜੇ ਗੁੱਡਸ ਨੇ ਉਹ ਕੈਨੇਡਾ ਐਂਟਰ ਹੁੰਦੇ ਨੇ ਤੇ ਬਾਹਰ ਜਾਂਦੇ ਨੇ BC ਪੋਰਟਸ ਤੋਂ ਕੱਲੇ ਐਵਰੀ ਡੇ। ਤੇ ਉਹਨਾਂ ਨੇ ਕਿਹਾ ਕਿ ਜੇ ਇਹ ਬੰਦ ਵੀ ਹੋ ਗਿਆ, ਇੱਕ ਦਿਨ ਵੀ ਬੰਦ ਹੋ ਗਿਆ, ਉਹਦਾ ਬਹੁਤ ਵੱਡਾ ਇਸ਼ੂ ਹੈ ਜੀ, ਬਹੁਤ ਵੱਡੀ ਪ੍ਰੋਬਲਮ ਹੋ ਜਾਂਦੀ ਹੈ। ਮੈਨੂੰ ਲੱਗਦਾ ਫਿਰ ਇਨਫਲੇਸ਼ਨ ਜਿਹਦੇ ਕਰਕੇ ਉਹ ਸਟ੍ਰਾਈਕ ਕਰ ਰਹੇ ਨੇ, ਉਹ ਹੋਰ ਵੱਧ ਜਾਣੀ ਹੈ, ਉਹ ਸਾਡੇ ਤੱਕ ਵੀ ਪਹੁੰਚਣੀ ਹੈ, ਹਰ ਬੰਦੇ ਤੱਕ ਪਹੁੰਚਣੀ ਹੈ। ਦੇਖੋ ਆਪਾਂ ਜੋ ਵੀ ਚੀਜ਼ ਆਪਣੇ ਕੋਲ ਆ ਸਟੂਡੀਓ 'ਚ ਜੋ ਕੁਝ ਪਿਆ ਜੀ, ਬਿਲਕੁਲ 99% ਆ ਜਿਹੜਾ 1% ਆਪਾਂ ਛੱਡ ਦਿੰਨੇ ਆ ਜੀ। ਬਿਲਕੁਲ 99% ਜੋ ਕੁਝ ਆਪਣੇ ਸਟੂਡੀਓ 'ਚ ਪਿਆ ਇਹ ਬਾਹਰੋਂ ਆਇਆ ਜੀ। ਬਿਲਕੁਲ ਸਹੀ ਗੱਲ। ਹੁਣ ਉਹ ਬਾਹਰੋਂ ਆਇਆ ਕਿਵੇਂ ਆ? ਹਾਂਜੀ, ਉਹ ਪੋਰਟ ਦੇ ਥਰੂ ਆਨਲਾਈਨ ਆਇਆ ਜਾਂ ਕਿਵੇਂ ਆਇਆ ਤਾਂ ਪੋਰਟ ਦੇ ਥਰੂ ਹੈ ਨਾ। ਬਿਲਕੁਲ। ਸੋ ਇਹ ਜਿਹੜਾ ਹੈ ਇਹ ਬਹੁਤ ਵੱਡਾ ਨੁਕਸਾਨ ਹੋ ਸਕਦਾ ਹੈ, ਕਿਉਂਕਿ ਇਹਦੇ ਨਾਲ ਜਿਹੜੀ ਇਹ ਚੇਨ ਹੈ ਪੂਰੀ, ਉਹ ਇਫੈਕਟ ਹੁੰਦੀ ਹੈ, ਸਪਲਾਈ ਚੇਨ ਜਿਹਨੂੰ ਆਪਾਂ ਕਹਿੰਦੇ ਆ। ਹਾਂਜੀ। ਤੇ ਮੈਨੂੰ ਲੱਗਦਾ ਜਲਦ ਤੋਂ ਜਲਦ ਇਹਦੇ ਉੱਪਰ ਕੋਈ ਨਾ ਕੋਈ ਫੈਸਲਾ ਜ਼ਰੂਰ ਹੋਊਗਾ। ਪਰ ਇੱਕ ਚੀਜ਼ ਹੋਰ ਹੈ ਭਾਜੀ, ਕਿ ਇਹ ਹੁਣ ਰੂਟੀਨ ਨਾ ਬਣ ਜੇ। ਸਰਕਾਰ ਦਾ ਹਮੇਸ਼ਾ ਇਹੀ ਸੋਚਣਾ ਹੁੰਦਾ ਕਿ ਹਰ ਡਿਪਾਰਟਮੈਂਟ ਜੇ ਕਹਿ ਦੇਵੇ ਕਿ ਅਸੀਂ ਜੀ ਸਾਡੀ ਤਨਖਾਹਾਂ ਵਧਾਓ, ਨਹੀਂ ਤਾਂ ਅਸੀਂ ਸਟ੍ਰਾਈਕ ਤੇ ਚੱਲਨੇ ਆ, ਸਾਡੀ ਤਨਖਾਹਾਂ ਵਧਾਓ। ਸੋ ਉਹਨਾਂ ਦਾ ਵੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਜਜਮੈਂਟ ਕਰਨ ਦਾ ਇਹਦੇ ਵਿੱਚ ਥੋੜਾ ਜਿਹਾ ਪ੍ਰੈਸ਼ਰ ਜਿਹੜਾ ਹੈ ਉਹ ਆ ਜਾਣਾ ਜੀ ਉਹਨਾਂ ਤੇ ਕੁਛ ਨਾ ਕੁਛ ਤਾਂ ਦੇਖੋ ਇਹ ਉਦੋਂ ਹੁੰਦਾ ਜਦੋਂ ਕੰਟਰੈਕਟ ਖਤਮ ਹੁੰਦਾ ਜੀ। ਜਿਹੜਾ ਕੰਟਰੈਕਟ ਹੈ ਨਾ, ਹੁਣ ਜੇ ਸਪੋਜ਼ ਕਰੋ ਕੰਟਰੈਕਟ ਕਰਨਗੇ, ਜਦੋਂ ਕਰ ਲਿਆ ਉਹ 2 ਸਾਲ ਦਾ ਜਾਂ 3 ਸਾਲ ਦਾ ਜਾਂ 4 ਸਾਲ ਦਾ ਜਾਂ 5 ਸਾਲ ਦਾ ਹੋਊਗਾ, ਉਹਦੇ ਵਿੱਚ ਲਿਖਿਆ ਜਾਊਗਾ ਵੀ ਸਾਲ ਬਾਅਦ ਇੰਨਾ ਤੁਹਾਡੀ ਤਨਖਾਹ ਵਧੂਗੀ, ਇੰਨੀਆਂ ਛੁੱਟੀਆਂ ਵਧਣਗੀਆਂ, ਇੰਨੇ ਬੈਨੀਫਿਟ ਵਧਣਗੇ। ਉਹ ਵਿਚਾਲੇ ਨਹੀਂ ਹੁੰਦਾ। ਜਦੋਂ ਕੰਟਰੈਕਟ ਇੱਕ ਵਾਰੀ ਹੋ ਗਿਆ, ਉਹ ਜਦੋਂ ਰਿਨਿਊਅਲ ਹੋਣਾ ਉਦੋਂ ਜਾ ਕੇ ਹੋਣਾ ਫਿਰ ਜੀ। ਤੇ ਜੇ ਇਹ ਜ਼ਿਆਦਾ ਅਫੈਕਟ ਕਰਦਾ ਤਾਂ ਗਵਰਨਮੈਂਟ, ਜਿਹੜੀ ਕੈਨੇਡੀਅਨ ਗਵਰਨਮੈਂਟ ਹੈ ਨਾ, ਲਾਅ ਹੈਗਾ, ਉਹ ਇੰਟਰਵੀਨ ਕਰ ਸਕਦੇ ਆ ਉਹਦੇ ਚ ਜੀ। ਉਹ ਕੀ ਕਰਦੇ ਆ, ਉਹ ਫਿਰ ਆਰਡਰ ਟੂ ਵਰਕ ਵੀ ਤੁਹਾਨੂੰ ਕੰਮ ਤੇ ਜਾਣਾ ਹੀ ਪੈਣਾ, ਤੁਸੀਂ ਸਟ੍ਰਾਈਕ ਨਹੀਂ ਕਰ ਸਕਦੇ ਜਦ ਤੱਕ ਤੁਹਾਡਾ ਫੈਸਲਾ ਕਰ ਉਹ ਤੁਸੀਂ ਆਪਦਾ ਸੈਪਰੇਟ ਆ, ਤੁਸੀਂ ਤੁਹਾਡੀ ਕੰਪਨੀ ਦਾ ਤੇ EMPLOYEEਆਂ ਦਾ ਕਰੀ ਜਾਓ, ਪਰ ਕੰਮ ਨਹੀਂ ਤੁਸੀਂ ਬੰਦ ਕਰ ਸਕਦੇ। ਸੋ ਦੇਖਦੇ ਹਾਂ ਜੀ ਕੀ ਹੁੰਦਾ ਹੈ, ਔਰ ਹੋਪਫੁਲੀ ਜਿਹੜੇ ਇਨਫਲੇਸ਼ਨ ਹੈ ਉਹ ਵੀ ਘਟ ਜੇ ਤੇ ਸਾਰੇ ਦੀ ਹੀ ਪਾਕਟ ਚੱਲੇ ਜੀ, ਜੋ ਵੀ ਹੈ ਬਿਲਸ ਤੋਂ ਲੈ ਕੇ ਹਰ ਚੀਜ਼ ਦਾ, ਔਰ ਉਸ ਤੋਂ ਬਾਅਦ ਸਾਰਾ ਮਾਮਲਾ ਜਿਹੜਾ ਹੈ ਸੈੱਟ ਹੋ ਜਾਵੇ। ਬਿਲਕੁਲ ਭਾਜੀ, ਚੱਲਦੇ ਹਾਂ ਹੁਣ ਮੈਨੂੰ ਲੱਗਦਾ ਪੰਜਾਬ, ਪਰ ਉਸ ਤੋਂ ਪਹਿਲਾਂ ਡੇ ਇਨ ਦੀ ਹਿਸਟਰੀ। ਹਾਂ, ਡੇ ਇਨ ਦਾ ਹਿਸਟਰੀ ਕਰਦੇ ਆ, ਪਰ ਉਸ ਤੋਂ ਬਾਅਦ ਫਿਰ ਆਪਾਂ 2 ਸੀਟਰ ਤੇ ਜਾਣਾ। 2 ਸੀਟਰ ਤੇ ਜਾਣਾ ਭਾਜੀ, ਓਪਨ ਗੱਡੀ ਤੇ ਚੱਲਾਂਗੇ ਅੱਜ। ਠੀਕ ਹੈ। ਤੇ ਅੱਜ ਦਾ ਜਿਹੜਾ ਦਿਨ ਹੈ ਉਹ ਹੈ ਜੀ ਜੁਲਾਈ 3। ਹੁਣ ਤਾਂ 2023 ਹੈ, ਪਰ ਹੁਣ ਸਾਡੇ ਜਿਹੜੇ ਐਕਸਪਰਟ ਨੇ ਉਹ ਦੱਸਣਗੇ ਕਿ ਕਈ ਸਾਲ ਪਹਿਲਾਂ ਅੱਜ ਕੀ ਹੋਇਆ ਜੀ। ਜੁਲਾਈ 3 ਜੀ 1908। ਅੱਛਾ ਜੀ। ਬਾਲ ਗੰਗਾਧਰ ਤਿਲਕ ਜੀ, ਉਹਨਾਂ ਨੂੰ ਅਰੈਸਟ ਕਰਿਆ ਸੀਗਾ ਬ੍ਰਿਟਿਸ਼। ਅੱਛਾ। ਇੰਡੀਆ ਦੇ ਵਿੱਚ ਜੀ। ਸੋ ਉਹਨਾਂ ਨੂੰ ਜਿਹੜਾ ਅਰੈਸਟ ਕਰਿਆ, ਬਿਕਾਜ਼ ਉਦੋਂ ਬ੍ਰਿਟਿਸ਼ ਦੀ ਕੰਟਰੋਲ ਸੀ ਇੰਡੀਆ ਜੀ, ਰਾਈਟ। 1908 ਚ ਜੀ
ਡੇ ਇਨ ਦ ਹਿਸਟਰੀ ਤਾਂ ਹੋਰ ਵੀ ਬਹੁਤ ਕੁਝ ਹੋਇਆ, ਜੀ ਪਰ ਆਪਾਂ ਬੇਸਿਕਲੀ ਇੱਕ ਜੀ ਲੈਣੇ ਹੁੰਦੇ ਆ, ਰਾਈਟ। ਬਿਲਕੁਲ ਜੀ। ਬਾਲ ਗੰਗਾਧਰ ਤਿਲਕ ਜਿਹੜੇ ਨੇ, ਜਿਹੜੇ ਜਿਨ੍ਹਾਂ ਦਾ ਪੂਰਾ ਨਾਮ ਕੇਸ਼ਵ ਗੰਗਾਧਰ ਤਿਲਕ, ਹਾਂਜੀ ਔਰ ਉਹਨਾਂ ਨੂੰ ਲੋਕ ਮਾਨਿਆ ਤਿਲਕ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਹੂੰ। ਉਹ ਨੈਸ਼ਨਲਿਸਟ ਸੀਗੇ ਜੀ, ਔਰ ਇੰਡੀਪੈਂਡੈਂਸ ਐਕਟਿਵਿਸਟ ਆਫ ਕੋਰਸ ਉਹ ਸੀਗੇ। ਔਰ ਜਦੋਂ ਫਰੀडम ਮੂਵਮੈਂਟ ਸਟਾਰਟ ਹੋਈ ਤੋਂ ਪਹਿਲਿਆਂ ਚੋਂ ਸੋ ਉਹ ਇੱਕ ਸੀਗੇ, ਔਰ ਉਹਨਾਂ ਦਾ ਜਿਹੜਾ ਮਹਾਤਮਾ ਗਾਂਧੀ ਦੇ ਨਾਲ, ਹਾਂਜੀ ਯੋਗਦਾਨ ਬਹੁਤ ਵੱਡਾ ਰਿਹਾ ਜੀ Yeah. ਫਰੀडम ਮੂਵਮੈਂਟ ਦੇ ਵਿੱਚ। ਔਰ ਉਹ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਰਹੇ, ਉਹ ਵੀ ਕਿਤੇ ਨਾ ਕਿਤੇ ਆ ਦੇਖ ਲਓ ਰਹੇ ਜੀ। 1908 ਦੀ ਗੱਲ ਕਰਦੇ ਆ ਆਪਾਂ, ਤੇ 1947 ਚ ਜਾ ਕੇ ਆਜ਼ਾਦੀ ਹੋਈ ਹੈ, ਆਲਮੋਸਟ 40 ਸਾਲਾਂ ਬਾਅਦ, 39 ਦੇਖ ਲਓ। ਇਅਰਸ ਤੋਂ ਬਾਅਦ। ਬਿਲਕੁਲ। ਸੋ ਉਹ ਜਿਹੜੀ ਸਟਰਗਲ ਹੈ, ਫਰੀडम ਜਿਹੜੀ ਸਟਰਗਲ ਹੈ, ਤਾਂ ਹੀ Yeah. ਭਾਜੀ ਹੋਰਾਂ ਨੇ ਇਹ ਦਿਨ ਚੁਣਿਆ, ਇਹ ਜਿਹੜਾ ਇਨਸੀਡੈਂਟ ਚੁਣਿਆ, ਸੋ ਦੈਟ ਸਾਡੀ ਜਿਹੜੀ ਨੈਕਸਟ ਜਨਰੇਸ਼ਨ ਹੈ ਉਹਨਾਂ ਨੂੰ ਵੀ ਪਤਾ ਲੱਗੇ ਕਿ ਬਿਲਕੁਲ। ਜਿਹੜੀ ਉਹ ਫਰੀडम ਮੂਵਮੈਂਟ ਸੀਗੀ, ਫਰੀडम ਸਟਰਗਲ ਸੀਗੀ, ਉਹ ਕਿੰਨੀ ਕੁ ਜ਼ਿਆਦਾ ਵਾਸਟ, ਕਿੰਨੀ ਕੁ ਜ਼ਿਆਦਾ ਵੱਡੀ, ਕਿੰਨੇ ਕੁ ਪੁਰਾਣੇ ਸਮੇਂ ਤੋਂ ਚੱਲਦੀ ਆ ਰਹੀ ਸੀ। ਉਹ ਜਿਹੜਾ ਉਹਨਾਂ ਦੇ ਅੰਦਰ ਜਜ਼ਬਾ ਸੀ, ਬਿਲਕੁਲ। ਜਿਹੜੇ ਫਰੀडम ਫਾਈਟਰ ਸੀਗੇ, ਉਹਨਾਂ ਨੇ ਕਿੰਨੀ ਕੁ ਲੜਾਈ ਲੜੀ ਹੋਣੀ ਹੈ ਕਿ ਇੱਕ ਐਸਾ ਦੇਸ਼ ਬਣਾਈਏ ਜਿਸ ਦੇ ਵਿੱਚ ਡੈਮੋਕ੍ਰੇਸੀ ਹੋਵੇ, ਕਰਪਸ਼ਨ ਨਾ ਹੋਵੇ, ਜਾਂ ਬਿਲਕੁਲ। ਇਦਾਂ ਦੀ ਸਾਰੀਆਂ ਚੀਜ਼ਾਂ ਉਹ ਆਪ ਡਿਜ਼ਾਈਨ ਕਰ ਸਕਣ। Yeah. ਪਰ ਕਈ ਵਾਰ ਭਾਜੀ ਅਫਸੋਸ ਵੀ ਹੁੰਦਾ ਕਿ ਹੋਰ ਸਾਰੀ ਚੀਜ਼ਾਂ ਠੀਕ ਨੇ, ਬਟ ਜਦੋਂ ਕਰਪਸ਼ਨ ਤੇ ਗੱਲ ਆਉਂਦੀ ਹੈ, ਤੇ ਜਿਹੜੇ ਸਾਡੇ ਫਰੀडम ਫਾਈਟਰਸ ਹੋਣਗੇ ਉਹ ਵੀ ਸੋਚਦੇ ਹੋਣੇ ਕਿ ਇਹ ਤਾਂ ਬਹੁਤ ਹੀ ਕੰਮ ਮਾੜਾ ਕੀਤਾ ਹੋਇਆ ਜੀ। ਦੇਖੋ ਹੁਣ ਕਰਪਸ਼ਨ ਦੀ ਜੇ ਤੁਸੀਂ ਗੱਲ ਕਰੀਏ ਨਾ, ਜਦੋਂ ਮੈਂ ਵੈਸੇ ਜਨਰਲ ਗੱਲ ਕਰਦਾ ਜੀ ਵੀ ਜੇ ਆਪਾਂ ਆਜ਼ਾਦੀ ਤੋਂ ਪਹਿਲਾਂ ਗੱਲ ਕਰਦੇ ਆ ਤਾਂ ਮੇਰਾ ਖਿਆਲ ਬਹੁਤ ਘੱਟ ਕਰਪਸ਼ਨ ਸੀ ਜੀ। ਜਾਂ ਹੈ ਹੀ ਨਹੀਂ ਸੀ। ਜੀ ਤੇ ਜਦੋਂ 1947 ਚ ਆਜ਼ਾਦੀ ਹੋ ਗਈ ਹੈ ਤੇ ਉਸ ਤੋਂ ਬਾਅਦ ਤੱਕ ਵੱਧਦੀ ਗਈ ਹੈ ਕਰਪਸ਼ਨ, ਥੱਲੇ ਤਾਂ ਗਈ ਨਹੀਂ। ਜੀ 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 ਸੋ ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੁਣ ਜਿਹੜੀ ਅਗਲੀ ਜਨਰੇਸ਼ਨ ਹੈ ਇੰਡੀਆ ਦੇ ਵਿੱਚ ਵੀ, ਕਿਉਂਕਿ ਉੱਥੇ ਕਿਹਾ ਜਾ ਰਿਹਾ ਹੈ ਕਿ ਅੰਡਰ 25 ਯਾਨੀ ਕਿ ਯੰਗ ਜਨਰੇਸ਼ਨ ਜਿਹੜੀ ਹੈ ਉੱਥੇ ਬਹੁਤ ਜ਼ਿਆਦਾ ਅੱਗੇ ਵਧ ਰਹੀ ਹੈ। ਸੋ ਮੈਨੂੰ ਲੱਗਦਾ ਹੈ ਉਹ ਜਿਹੜਾ ਜਜ਼ਬਾ ਹੈ ਦੁਬਾਰਾ ਆ ਰਿਹਾ ਹੈ, ਤੇ ਤਰੱਕੀ ਦੇ ਰਸਤੇ ਜਿਹੜਾ ਹੈ ਉਹ ਜਾ ਰਿਹਾ ਹੈ ਇੰਡੀਆ ਵੀ। ਸੋ ਭਾਜੀ ਅੱਗੇ ਚੱਲਦੇ ਹਾਂ ਹੁਣ ਪੰਜਾਬ ਵੱਲ। ਹੁਣ ਇੰਡੀਆ ਤੇ ਅਸੀਂ ਗੱਲਬਾਤ ਕਰ ਲਈ, ਤੇ ਹੁਣ ਅਸੀਂ ਪੰਜਾਬ ਤੇ ਟੱਚ ਕਰਦੇ ਹਾਂ। ਨਹੀਂ, ਰਸਤੇ ਜਾਂਦੇ ਜਾਂਦੇ ਇੱਕ ਸ਼ੇਰ ਸੁਣਾ ਦਈਏ। ਹਾਏ ਹਾਏ, ਇਰਸ਼ਾਦ ਜੀ, ਇਰਸ਼ਾਦ ਇਰਸ਼ਾਦ ਇਰਸ਼ਾਦ। ਹਾਂ ਜੀ 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 ਸੁਣਾਓ ਜੀ। ਉਹ ਕਹਿੰਦੇ ਆ ਜੀ, ਚੰਨ ਵੱਲ ਵੇਖ ਅਸੀਂ ਫਰਿਆਦ ਕਰਦੇ ਹਾਂ, ਹਾਏ ਹਾਏ, ਚੰਨ ਵੱਲ ਦੇਖ ਅਸੀਂ ਫਰਿਆਦ ਕਰਦੇ ਹਾਂ, ਜ਼ਿੰਦਗੀ 'ਚ ਬਸ ਤੇਰਾ ਹੀ ਪਿਆਰ ਮੰਗਦੇ ਹਾਂ। ਹਾਏ 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 ਹਾਏ, ਕੀ ਬਾਤ ਹੈ, ਕੀ ਬਾਤ ਹੈ। ਹੁਣ ਰਾਏ ਸਾਹਿਬ ਕਿਹਦਾ ਪਿਆਰ ਮੰਗਦੇ ਨੇ, ਇਹ ਤਾਂ ਪਹੁੰਚ ਜਾਣਾ ਜੀ ਮੈਸੇਜ ਜਿੱਥੇ ਵੀ। ਇਹ ਤਾਂ ਹੁਣ ਕਹਿ ਨਹੀਂ ਸਕਦੇ, ਪਰ ਹੋ ਸਕਦਾ ਜਿਹੜਾ ਕੋਲੇ ਬੈਠੇ ਹੋਵੇ ਉਹਦਾ ਹੀ ਮੰਗਦੇ ਸੀ। ਅਸੀਂ ਤਾਂ ਤੁਹਾਡੇ ਹੀ ਆ ਭਾਜੀ। ਵਾਹ, ਬੜੇ ਸੋਹਣੇ ਸ਼ੇਰ ਤੋਂ ਇਹ ਪੰਜਾਬ ਦੇ ਵੱਲ ਨੂੰ ਫਲਾਈਟ ਲੈ ਕੇ ਗਏ ਨੇ। ਔਰ ਹੁਣ ਪੰਜਾਬ ਦੀ ਕੁਝ ਖਬਰਾਂ ਨੇ ਜਾਂ ਕੁਝ ਜਿਹੜੀਆਂ ਚੀਜ਼ਾਂ ਨੇ, ਆਪਾਂ ਉਹਨੂੰ ਸ਼ੇਅਰ ਕਰ ਲੈਂਦੇ ਆ ਭਾਜੀ। ਜਿੱਥੇ ਸਾਲ ਹੋ ਗਿਆ, ਪੂਰਾ ਸਾਲ ਹੋ ਗਿਆ, ਜਿਹਦੇ ਵਿੱਚ ਬਿਲਕੁਲ ਪੰਜਾਬ ਸਰਕਾਰ ਨੇ ਜਿਹੜਾ ਵਾਅਦਾ ਕੀਤਾ ਸੀ ਕਿ ਅਸੀਂ 300 ਯੂਨਿਟ ਬਿਜਲੀ ਦੇਵਾਂਗੇ ਫ੍ਰੀ, ਤੇ ਉਹਦਾ ਜਿਹੜਾ ਹੈ ਇੱਕ ਤਰ੍ਹਾਂ ਤੋਂ ਐਨੀਵਰਸਰੀ ਹੋ ਗਈ ਜੀ। ਦੇਖੋ ਸਾਲ ਜਿਹੜੇ ਜਦੋਂ ਆਪਾਂ ਗੱਲ ਕਰਦੇ ਆ ਨਾ, ਸਾਰੀਆਂ ਹੀ ਸਰਕਾਰਾਂ ਲੈ ਲਈਏ ਆਪਾਂ, ਪਿਛਲੀਆਂ ਵੀ, ਜੀ ਜਿਹੜੇ ਵਾਅਦੇ ਕਰੇ ਆ ਲੋਕਾਂ ਦੇ ਨਾਲ, ਜੀ, ਕੀ ਪੂਰੇ ਹੋਏ ਆ ਜਾਂ ਨਹੀਂ ਹੋਏ। ਅਕਸਰ ਕੀ ਹੁੰਦਾ ਨਾ, ਜਦੋਂ 5 ਸਾਲ ਦੀ ਹੁੰਦੀ ਹੈ ਗਵਰਨਮੈਂਟ, ਜੀ, ਵਾਅਦੇ ਹੋ ਜਾਂਦੇ ਆ, ਪਰ ਜਿਹੜਾ ਪਿਛਲਾ ਸਾਲ ਹੁੰਦਾ ਉਹਦੇ 'ਚ ਵਾਅਦੇ ਪੂਰੇ ਕਰਨ ਲੱਗ ਪਏ। ਆਖਰੀ ਜਿਹੜਾ ਹੁੰਦਾ, ਆਖਰੀ ਜਿਹੜਾ ਹੁੰਦਾ 3 ਮਹੀਨੇ 4 ਮਹੀਨੇ ਦੇ। ਹਾਂ, ਹਾਂਜੀ, ਉਹਦੇ 'ਚ ਫਿਰ ਜੇ ਵਾਅਦੇ 2 4 5 10 ਕਰਤੇ ਤੇ ਬਾਕੀ ਦੇ ਫਿਰ ਉਹ ਵਿੱਚੇ ਰੁਲ ਜਾਂਦੇ ਆ ਜੀ। ਹੁਣ ਜਿਹੜੀ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਹੈ, ਭਗਵੰਤ ਮਾਨ ਹੁਣੀ ਸੀਐਮ ਹੈ, ਇਹਨਾਂ 'ਚੋਂ ਇੱਕ ਵਾਅਦਾ ਕਰਿਆ ਸੀਗਾ। ਵਾਅਦੇ ਤਾਂ ਹੋਰ ਵੀ ਬਹੁਤ ਆ, ਉਹ ਆਪਾਂ ਕਦੇ ਫੇਰ ਉਹਨਾਂ ਦਾ ਜ਼ਿਕਰ ਕਰਾਂਗੇ। ਅਸੀਂ ਇੱਕ ਪੂਰਾ ਉਹਦੇ 'ਚ ਸੈਗਮੈਂਟ ਹੀ ਬਣਾ ਲੈਂਦੇ ਹਾਂ। ਬਿਲਕੁਲ, ਹਾਂਜੀ, ਉਹ ਉਹਨਾਂ ਨੇ ਇੱਕ ਵਾਅਦਾ ਕਰਿਆ ਸੀ ਵੀ ਜਿਹੜੀ 300 ਯੂਨਿਟ, ਜੇ ਕੋਈ ਘਰ 'ਚ 1 ਮਹੀਨੇ 'ਚ 300 ਯੂਨਿਟ ਵਰਤਦਾ ਹੈ ਬਿਜਲੀ, ਜੀ, ਤਾਂ ਉਹਦਾ 0 ਬਿੱਲ ਹੋਊਗਾ। ਬਿਲਕੁਲ। ਸੋ ਜਿਹੜਾ ਬਿਲਿੰਗ ਹੈਗਾ ਨਾ ਜੀ, ਢੰਗ ਉਹਦਾ,
ਉਹ 2 ਮਹੀਨਿਆਂ ਦਾ, ਹਰ 2 ਮਹੀਨੇ ਬਾਅਦ ਸਾਈਕਲ ਆ ਜਿਹੜਾ ਉਹ ਬਿੱਲ 2 ਮਹੀਨੇ ਬਾਅਦ ਆਉਂਦਾ ਜੀ। ਹੁਣ ਉਹਦੇ ਚ ਜਦੋਂ 2 ਮਹੀਨੇ ਬਾਅਦ ਆਉਂਦਾ ਤਾਂ 600 ਯੂਨਿਟ ਹੋ ਗਏ 2 ਮਹੀਨਿਆਂ ਦੇ ਜੀ। ਸੋ ਉਹ 2 ਮਹੀਨਿਆਂ ਦੇ ਜਿਹੜੇ 600 ਯੂਨਿਟ ਆ ਉਹ ਫ੍ਰੀ ਆ। ਸੋ ਇਹਨਾਂ ਨੇ ਆਪਦਾ ਜਿਹੜਾ ਵਾਅਦਾ ਕਰਿਆ ਸੀ ਉਹ ਸ਼ੁਰੂ ਕਰੇ ਨੂੰ 1 ਸਾਲ ਹੋ ਗਿਆ, ਉਹਦੀ ਐਨਵਰਸਰੀ ਲੰਘ ਗਈ ਆ। ਵਾਹ ਜੀ ਵਾਹ। ਹੁਣ ਉਹਦੇ ਵਿੱਚ ਜਿਹੜਾ ਨਾ 80 ਤੋਂ 90% ਆ ਜਿਹੜੇ ਸਾਡੇ ਘਰ ਆਉਂਦੇ ਆ ਪੰਜਾਬ ਦੇ ਜੀ, ਜਿਨ੍ਹਾਂ ਨੂੰ ਕੋਈ ਬਿਜਲੀ ਦਾ ਬਿੱਲ ਨਹੀਂ ਦੇਣਾ ਪੈਂਦਾ ਜੀ। ਇਹ ਦੇਖੋ ਪੰਜਾਬ ਸਰਕਾਰ ਨੂੰ ਜਿਹੜੀ ਬਿਜਲੀ ਦੀ ਪੇਮੈਂਟ ਤਾਂ ਕਰਨੀ ਪੈਂਦੀ ਆ ਜੀ, ਜਿਹੜੀ ਪਾਵਰਕਾਮ ਹੈ ਉਹਨੂੰ, ਪਰ ਆਮ ਜਿਹੜੇ ਲੋਕ ਆ ਜਿਹੜੇ 600 ਤੱਕ ਵਰਤਦੇ ਆ ਬਿਜਲੀ, ਉਹਨਾਂ ਨੂੰ ਬਿੱਲ ਪੇਮੈਂਟ ਕਰਨ ਦੀ ਲੋੜ ਨਹੀਂ। ਬਹੁਤ ਵਧੀਆ ਗੱਲ ਹੈ ਜੀ। ਮੈਨੂੰ ਲੱਗਦਾ ਕਈ ਵਾਅਦੇ ਜਿਹੜੇ ਨੇ ਉਹ ਪੂਰੇ ਹੋ ਗਏ ਨੇ, ਉਹ ਪੂਰੇ ਹੋਏ ਨੇ। ਬਿਲਕੁਲ। ਹੁਣ ਜਿਹੜੀ ਪਹਿਲਾਂ ਵਾਲੀ ਸਰਕਾਰ ਸੀਗੀ ਉਹਨਾਂ ਨੇ ਇੱਕ ਵਾਅਦਾ ਕਰਿਆ ਸੀਗਾ ਮੋਬਾਈਲ ਵਾਲਾ, ਜਿਹੜੇ ਉਹ ਵਿੱਚ ਹੀ ਰਹਿ ਗਿਆ। ਮੋਬਾਈਲ ਵਾਲੇ ਤੇ ਹੋਰ ਬਹੁਤ ਸੀਗੇ। ਉਹਦਾ ਉਹੀ ਕਹਿ ਰਿਹਾ, ਕੰਪੈਰੀਜ਼ਨ ਕਰਕੇ ਅਸੀਂ ਇੱਕ ਜ਼ਰੂਰ ਸੈਗਮੈਂਟ ਵੀ ਕਰਾਂਗੇ ਭਾਜੀ। ਤੇ ਇੱਕ ਹੋਰ ਜਿਹੜੀ ਖਬਰ ਸਾਂਝੀ ਕਰ ਲੈਂਦੇ ਆ, ਸਮਾਂ ਬਹੁਤ ਘੱਟ ਰਹਿ ਗਿਆ ਵੈਸੇ ਸਾਡੇ ਕੋਲ, ਕਿ ਸਾਬਕਾ ਜਿਹੜੇ ਜੇਲ੍ਹ ਮੰਤਰੀ ਰੰਧਾਵਾ ਸਾਹਿਬ ਨੇ, ਹਾਂਜੀ, ਉਹਨਾਂ ਨੇ ਭਗਵੰਤ ਮਾਨ ਸਾਹਿਬ ਨੂੰ ਲਲਕਾਰਿਆ, ਚੈਲੰਜ ਕੀਤਾ ਤੇ ਕਹਿੰਦੇ ਨੇ ਪਹਿਲਾਂ ਮੈਨੂੰ ਨੋਟਿਸ ਭੇਜੋ ਫਿਰ ਮੈਂ ਕੋਈ ਜਵਾਬ ਦਵਾਂਗਾ। ਉਹ ਕਿਸ ਚੀਜ਼ ਦਾ ਨੋਟਿਸ ਹੈ ਤੁਸੀਂ ਦੱਸੋ? ਉਹ ਮਾਮਲਾ ਹੈ ਜੀ ਗੈਂਗਸਟਰ ਮੁਖਤਾਰ ਅੰਸਾਰੀ ਜੀ। ਉਹਨੂੰ ਜਦੋਂ ਇਹ ਰੰਧਾਵਾ ਸਾਹਿਬ ਜੇਲ੍ਹ ਮੰਤਰੀ ਸੀ, ਜੇਲ੍ਹ ਚ ਨਹੀਂ ਸੀ, ਜੇਲ੍ਹ ਮੰਤਰੀ ਸੀ, ਅੱਜ ਕੱਲ ਕੁਝ ਵੀ ਹੋ ਸਕਦਾ, ਖੈਰ ਬਟਾ ਜੀ, ਉਦੋਂ ਇਹਨਾਂ ਨੇ ਜੀ ਉਹ ਗੈਂਗਸਟਰ ਨੂੰ ਪੰਜਾਬ ਦੀ ਜੇਲ੍ਹ ਚ ਰੱਖਿਆ ਸੀਗਾ ਜੀ। ਉਹ ਜੇਲ੍ਹ ਦੇ ਵਿੱਚ ਰੱਖਣ ਦਾ 55 ਲੱਖ ਜੀ ਜਿਹੜਾ ਹੈਗਾ ਖਰਚਾ ਆਇਆ ਜੀ। ਸੋ ਮਾਨ ਸਾਹਿਬ ਹੁਣ ਕਹਿੰਦੇ ਆ, ਉਸ ਟਾਈਮ ਤੇ ਕੈਪਟਨ ਅਮਰਿੰਦਰ ਸਿੰਘ ਚੀਫ ਮਿਨਿਸਟਰ ਸੀ ਪੰਜਾਬ ਦੇ ਜੀ, ਉਹ ਕਹਿੰਦੇ ਵੀ ਅਸੀਂ 55 ਲੱਖ ਹੈ ਨਾ ਜਿਹੜਾ ਜੀ, ਉਹ ਕੈਪਟਨ ਅਮਰਿੰਦਰ ਤੇ ਰੰਧਾਵਾ ਸਾਹਿਬ ਤੋਂ ਵਸੂਲ ਕਰਨਾ। ਮਾਮਲਾ ਇਹ ਹੈ। ਹੁਣ ਰੰਧਾਵਾ ਸਾਹਿਬ ਕਹਿੰਦੇ ਵੀ ਤੁਸੀਂ ਸਾਨੂੰ ਪ੍ਰੋਪਰ ਨੋਟਿਸ ਭੇਜੋ, ਫਿਰ ਅਸੀਂ ਜਵਾਬ ਦੇਵਾਂਗੇ। ਜੁਮਲੇ ਨਾ ਮਾਰੋ, ਸਾਨੂੰ ਸਿੱਧਾ ਨੋਟਿਸ ਭੇਜੋ। ਸੋ ਦੇਖਦੇ ਆ ਭਾਜੀ ਇਹਦੇ ਚ ਕੀ ਹੁੰਦਾ ਤੇ ਕੀ ਨਹੀਂ ਹੁੰਦਾ। ਜਿਵੇਂ ਮੈਂ ਕਿਹਾ ਕਿ ਕੱਲ ਨੂੰ ਜ਼ਰੂਰ ਅਸੀਂ ਹੋਰ ਅਪਡੇਟ ਲੈ ਕੇ ਆਵਾਂਗੇ। ਅਸੀਂ ਇਹਦੇ ਤੇ ਨਾ ਥੋੜੀ ਜੀ ਹੋਰ ਗੱਲਬਾਤ ਕਰਾਂਗੇ ਵੀ ਇਹ ਗੈਂਗਸਟਰ ਜਿਹੜਾ ਸੀਗਾ ਇਹ ਕਾਹਤੋਂ ਰੱਖਿਆ ਗਿਆ ਜੀ ਉਸ ਜੇਲ੍ਹ ਚ, ਤੇ ਉਹਨੂੰ ਰੱਖਣ ਦਾ ਰੀਜ਼ਨ ਕੀ ਸੀ ਜੀ, ਤੇ ਉਹ ਜਿਹੜਾ 55 ਲੱਖ ਕਹਿੰਦੇ ਆ ਇਹ ਖਰਚਾ ਵੀ ਉਹ ਕਿਸ ਚੀਜ਼ ਤੇ ਹੋਇਆ, ਕਿਉਂ ਹੋਇਆ, ਕੀ ਹੈ ਪੂਰਾ ਮਾਮਲਾ ਔਰ ਕੀ ਕੁਝ ਹੋ ਰਿਹਾ। ਅਸੀਂ ਇਹਦੀ ਡਿਟੇਲ ਵੀ ਹੋਰ ਲੈ ਕੇ ਆਵਾਂਗੇ। ਜਿਵੇਂ ਮੈਂ ਕਿਹਾ ਕਿ ਅੱਜ ਸਮਾਂ ਜਿਹੜਾ ਹੈ ਉਹ ਜ਼ਿਆਦਾ ਇਜਾਜ਼ਤ ਜਿਹੜਾ ਨਹੀਂ ਦੇ ਰਿਹਾ, ਤੇ ਫਲਾਈਟ ਜਿਹੜੀ ਹੈ ਸਿੱਧਾ ਫਲਾਈਟ ਜਾਂਦੇ ਜਾਂਦੇ ਵਾਪਸ ਆਪਾਂ ਇੱਕ ਆਖਰੀ ਗੱਲ ਜ਼ਰੂਰ ਕਰ ਲਈਏ, ਉਹ ਇਹ ਹੈ ਗੁਰਬਾਣੀ ਦੀ। ਹਾਂਜੀ, ਗੁਰਬਾਣੀ ਆਪਣਾ ਸਵਾਲ ਹੈ ਇਹ ਇੱਕ ਆਪਣੇ ਜਿਹੜੇ ਸੁਣਨ ਵਾਲੇ ਅੱਜ ਦਾ ਪੋਲ ਕੁਐਸਚਨ ਵੀ ਜਿਹੜੀ ਗੁਰਬਾਣੀ ਹੈ, ਗੁਰਬਾਣੀ ਨੂੰ ਜਿਹੜੇ ਲੋਕ ਉੱਥੇ ਪੰਜਾਬ ਦੇ ਵਿੱਚ ਸਪੈਸ਼ਲੀ ਟਰੱਕਾਂ ਦੇ ਪਿੱਛੇ, ਬੱਸਾਂ ਦੇ ਪਿੱਛੇ ਤੁਕਾਂ ਉਹਦੀਆਂ ਗੁਰਬਾਣੀ ਦੀਆਂ ਲਿਖ ਲੈਂਦੇ ਆ, ਜਾਂ ਸੜਕਾਂ ਦੇ ਉੱਤੇ ਲਿਖੀਆਂ ਵੀ ਆ, ਕੀ ਉਹ ਲਿਖਣਾ ਜੀ ਸਹੀ ਹੈ ਜਾਂ ਗਲਤ ਹੈ? ਕੀ ਸਾਨੂੰ ਇਹ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ? ਕੀ ਇਹਦੇ ਨਾਲ ਗੱਡੀਆਂ ਪਿੱਛੇ ਵੀ ਕੀ ਇਹਦੇ ਨਾਲ ਜਿਹੜੀ ਗੁਰਬਾਣੀ ਆ ਉਹਦੀ ਬੇਅਦਬੀ ਹੁੰਦੀ ਆ ਜਾਂ ਨਹੀਂ ਹੁੰਦੀ? ਹਾਂਜੀ ਰਾਈਟ। ਨਹੀਂ, ਏਦਾਂ ਦੇ ਕਈ ਚੀਜ਼ਾਂ ਹੋਰ ਵੀ ਨੇ ਭਾਜੀ। ਜਦੋਂ ਅਸੀਂ ਕਈ ਵਾਰ ਕਰਦੇ ਹਾਂ ਕਿ ਮੇਰਾ ਇੱਕ ਬੜੇ ਪਿਆਰੇ ਮਿੱਤਰ ਨੇ, ਉਹ ਹਮੇਸ਼ਾ ਹੀ ਆਪਣੀ ਗੱਡੀ ਦੇ ਵਿੱਚ ਜਿਵੇਂ ਅਸੀਂ ਲਾ ਲੈਂਦੇ ਹੁੰਦੇ ਨਾ, ਖੰਡਾ ਸਾਹਿਬ ਲਾ ਲੈਂਦੇ ਆ, ਗੁਰੂਆਂ ਦੀ ਫੋਟੋਆਂ ਲਾ ਲੈਂਦੇ ਆ, ਤੇ ਉਹਨਾਂ ਦੇ ਮਨ ਦੇ ਵਿੱਚ ਇੱਕ ਵਾਰ ਏਦਾਂ ਦਾ ਹੀ ਸਵਾਲ ਆਇਆ ਕਿ ਇਹ ਬੇਅਦਬੀ ਤਾਂ ਨਹੀਂ ਮੈਂ ਕਿਤੇ ਕਰ ਰਿਹਾ। ਤੇ ਕਿਉਂਕਿ ਉਹ ਗੱਡੀ ਦੇ ਵਿੱਚ ਕਈ ਵਾਰ ਖਾ ਪੀ ਵੀ ਲੈਂਦੇ ਸੀ ਤੇ ਹੋਰ ਚੀਜ਼ਾਂ ਜਿਹੜੀਆਂ, ਤੇ ਉਹਨਾਂ ਨੇ ਫਿਰ ਉਸ ਤੋਂ ਬਾਅਦ ਉਹ ਬੰਦ ਕਰਤਾ ਜੀ। ਕਹਿੰਦੇ ਕੋਈ ਗੱਲ ਨਹੀਂ, ਰੱਬ ਜਿਹੜਾ ਦਿਲ ਦੇ ਵਿੱਚ ਹੋਣਾ ਚਾਹੀਦਾ, ਔਰ ਗੁਰਬਾਣੀ ਨੂੰ ਜੇ ਅਸੀਂ ਸੁਣਦੇ ਹਾਂ, ਗੁਰਬਾਣੀ ਨੂੰ ਜੇ ਅਸੀਂ ਫੋਲੋ ਕਰਦੇ ਹਾਂ, ਤਾਂ ਮੇਰੇ ਖਿਆਲ ਚ ਏਦਾਂ ਦੀ ਕਈ ਚੀਜ਼ਾਂ ਹੁੰਦੀਆਂ। ਸੋ ਤੁਹਾਨੂੰ ਏਦਾਂ ਕੀ ਲੱਗਦਾ, ਜਿਵੇਂ ਭਾਜੀ ਹੋਰਾਂ ਨੇ ਕਿਹਾ, ਤੁਹਾਡਾ ਕੀ ਖਿਆਲ ਹੈ ਕਿ ਆ ਜਿਹੜੀ ਗੁਰਬਾਣੀ ਆਪਾਂ ਪਿੱਛੇ ਲਿਖਦੇ ਹਾਂ, ਸੋ ਉਹ ਲਿਖਣੀਆਂ ਠੀਕ ਨੇ, ਜਾਂ ਗੱਡੀ ਦੇ ਵਿੱਚ ਫੋਟੋਆਂ ਜਾਂ ਹਰ ਚੀਜ਼ਾਂ ਜਿਹੜੀਆਂ ਲਾਣੀਆਂ ਉਹ ਠੀਕ ਨੇ? ਸਾਨੂੰ ਜ਼ਰੂਰ ਜਿਹੜੇ ਨੇ
ਤੁਸੀਂ ਕਮੈਂਟ ਰਾਹੀਂ ਜਾਂ ਮੈਸੇਜ ਰਾਹੀਂ ਸਾਨੂੰ ਆਪਣੇ ਜਵਾਬ ਭੇਜੋ ਜੀ। ਬਿਲਕੁਲ ਧੰਨਵਾਦ ਬਹੁਤ ਬਹੁਤ ਸੁਰਤਮ ਭਾਜੀ, ਅੱਜ ਵੀ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਖਬਰਾਂ ਤੇ ਸਾਂਝ ਪਾਈ, ਔਰ ਕੱਲ ਨੂੰ ਫਿਰ 8 ਵਜੇ ਫਿਰ ਮੁਲਾਕਾਤ ਹੋਊਗੀ ਜੀ। ਬਿਲਕੁਲ ਜੀ। ਟਿਮ ਹਾਰਟਨ ਦੀ ਕਾਫੀ ਫਿਰ ਪੀਵਾਂਗੇ। ਮੈਨੂੰ ਲੱਗਦਾ ਮੈਕਡੋਨਲਡ ਦੀ ਕੱਲ ਐਡ ਚਲੋ ਇਸੇ ਬਹਾਨੇ ਦੋਨੇ ਫੂਡ ਜੁਆਇੰਟ ਦੀ ਆਪਾਂ ਐਡ ਵੀ ਕਰਤੀ ਜੀ। ਸੋ ਧੰਨਵਾਦ ਜੀ, ਬਹੁਤ 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 ਧੰਨਵਾਦ। ਧੰਨਵਾਦ ਜੀ ਤੁਹਾਡੇ ਸਾਰਿਆਂ ਦਾ ਵੀ ਜਿਹੜੇ ਪ੍ਰੋਗਰਾਮ ਰਾਹੀਂ ਸਾਡੇ ਨਾਲ ਜੁੜੇ। ਏਦਾਂ ਹੀ ਪ੍ਰੋਗਰਾਮ ਨੂੰ ਔਰ ਇਸ ਚੈਨਲ ਨੂੰ ਪਿਆਰ ਦਿੰਦੇ ਰਹੋ ਜੀ, ਕਮੈਂਟ ਰਾਹੀਂ ਜਾਂ ਸ਼ੇਅਰ ਕਰਕੇ, ਲਾਈਕ ਕਰਕੇ, ਜਿੱਦਾਂ ਵੀ ਤੁਹਾਨੂੰ ਠੀਕ ਲੱਗੇ। ਟੀਵੀ ਤੋਂ ਲੈ ਕੇ ਹਰ ਡਿਵਾਈਸ ਤੇ ਇਹ ਪ੍ਰੋਗਰਾਮ ਤੁਸੀਂ ਸੁਣ ਸਕਦੇ ਹੋ, ਦੇਖ ਸਕਦੇ ਹੋ। ਸਪੋਟੀਫਾਈ ਤੇ ਜਾ ਕੇ ਪੋਡਕਾਸਟ ਐਜ਼ ਅ ਪੋਡਕਾਸਟ ਵੀ ਸੁਣ ਸਕਦੇ ਹੋ। ਇਸ਼ਤਿਹਾਰ ਦੇਣਾ ਹੈ ਸਾਡੇ ਚੈਨਲ ਤੇ, ਸੋਸ਼ਲ ਮੀਡੀਆ ਤੇ, ਹਰ ਪਾਸੇ ਤੁਸੀਂ ਸਾਨੂੰ ਕਾਲ ਕਰੋ ਤੇ ਸਾਡੀ ਮਾਰਕੀਟਿੰਗ ਟੀਮ ਤੁਹਾਨੂੰ ਐਜ਼ ਸੂਨ ਐਜ਼ ਪੋਸੀਬਲ ਕੰਟੈਕਟ ਵੀ ਕਰੇਗੀ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਕੱਲ ਸਵੇਰੇ 8 ਵਜੇ ਇਸੇ ਪ੍ਰੋਗਰਾਮ ਦੇ ਵਿੱਚ ਹੋਏਗੀ ਫਿਰ ਮੁਲਾਕਾਤ। ਸਵਸਥ ਰਹੋ, ਮਸਤ ਰਹੋ ਔਰ ਦੇਖਦੇ ਰਹੋ BTV। ਬੀ ਪੋਜ਼ਿਟਿਵ, ਬੀ ਯੋਰਸੈਲਫ।